ਇਹ ਹੈ ਕੁਰਾਨ, ਹਿੰਦੂ ਤੇ ਮੁਸਲਮਾਨ ਦੀ ਰਲੀ ਮਿਲੀ ਵਸੋਂ ਵਾਲਾ ਪਿੰਡ। ਇਹ ਜੋ ਸ਼ਗਨਾਂ ਦੇ ਗੀਤ ਤੁਸੀਂ ਸੁਣ ਰਹੇ ਹੋ, ਇੱਥੋਂ ਦੇ ਇੱਕ ਧਨਾੜ ਹਿੰਦੂ ਸ਼ਾਮੇ ਨਾਮੀ ਖੱਤਰੀ ਦੇ ਘਰ ਗਾਏ ਜਾ ਰਹੇ ਹਨ। ਅੱਜ ਇਸ ਦੀ ਲਾਡਾਂ ਭਲੀ ਧੀ ਸੁਰਸਤੀ ਦਾ ਮੁਕਲਾਵਾ ਹੈ। ਇਹ ਹੈ ਸ਼ਾਮਾ। ਇਹ ਸ਼ਾਮੇ ਦੀ ਪਤਨੀ ਕੌਸ਼ਲਿਆ ਤੇ ਇਹ ਹੈ ਸ਼ਾਮੇ ਦਾ ਮੁੰਡਾ ਕਿਸ਼ਨ। ਵੈਸੇ ਤਾਂ ਇਹਨਾਂ ਦਾ ਇੱਕ ਹੋਰ ਮੁੰਡਾ ਵੀ ਹੈ, ਪਰ ਉਹ ਸਿੱਖ ਬਣ ਗਿਆ, ਇਸ ਕਰਕੇ ਘਰ ਦੇ ਅਨੁਮੋਇਆ ਹੀ ਜਾਣਦੇ ਹਨ। ਬਈ ਇਹ ਮੁਕਲਾਵੇ ਵਾਲੀ ਕੁੜੀ ਕਿੱਥੇ ਹੈ ਜਿਹਨੂੰ 18 ਸਾਲ ਸ਼ਾਮੇ ਨੇ ਜ਼ਮਾਨੇ ਦੀ ਭੈੜੀ ਨਜ਼ਰਾਂ ਤੋਂ ਬਚਾ ਕੇ ਰੱਖਿਆ? ਲੱਗਦਾ ਹੈ ਸੂਰਜ ਜਾਣ ਤੋਂ ਪਹਿਲਾਂ ਸਹੇਲੀਆਂ ਨਾਲ ਪੇਕੇ ਦੀਆਂ ਯਾਦਾਂ ਇਕੱਠੀਆਂ ਕਰ ਲੈਣ ਲਈ ਇੱਥੇ ਖੁੱਲੇ ਵਿੱਚ ਆ ਬੈਠੀ ਹੈ। ਨੀ ਉਧਰ ਵੇਖ, ਉਹ ਮੁਗਲ ਆਪਣੀ ਸਰਸਤੀ ਨੂੰ ਕਿਵੇਂ ਘੂਰ-ਘੂਰ ਕੇ ਵੇਖ ਰਿਹਾ ਹੈ। हे राम जी, रक्षा करी। चिचाड़ा का कुड़ियों की होया ओ मुगल अपनी सरस्ती ਨੂੰ ਚੁੱਕ ਕੇ ਲੈ ਗਿਆ ਹੈ। मैं बर्बाद हो गया पंचो सरपंचो। वो जालिम मेरी वोटी नूं तुहाडे सारिਆਂ ਦੇ ਸਾਹਮਣੇ ਚੁੱਕ ਕੇ ਲੈ ਗਿਆ। ਕੀ ਕਰੀਏ ਕਾਕਾ ਜੀ, ਅਸੀਂ ਤਾਂ ਨਾਂ ਦੇ ਹੀ ਪੰਚ ਸਰਪੰਚ ਹਾਂ। ਤੇ ਮੈਂ ਕੀ ਕਰਾਂ? ਓਏ ਮੇਰੀ ਤਾਂ ਸਾਰੇ ਰਿਸ਼ਤੇਦਾਰ ਆ ਕੇ ਨੱਕ ਵੱਢੀ ਗਈ। ਵੇਖ ਕਾਕਾ, ਲੜ ਆਪਾਂ ਸਕਦੇ ਨਹੀਂ। ਸਿਆਣਾ ਪੈਸੇ ਵਿੱਚ ਹੈ ਕਿ ਆਪਾਂ ਤੇਰੇ ਸਹੁਰੇ ਨੂੰ ਨਾਲ ਲੈ ਕੇ ਉਸ ਹਾਕਮ ਕੋਲ ਚੱਲਦੇ ਹਾਂ। ਜੇ ਮੇਰੀ ਧੀ ਸਰਸਤੀ ਵਾਸਤੇ ਤੁਹਾਡੇ ਕੋਲੋਂ ਇੱਥੇ ਕੁਝ ਨਹੀਂ ਹੋਇਆ ਤਾਂ ਉੱਥੇ ਵੀ ਕੀ ਕਰ ਲੋਗੇ? ਹਾਏ ਓਏ ਮੇਰੇ ਰੱਬਾ, ਦਿਲ ਨਾ ਛੱਡ ਸਰਸਤੀ ਦੀ ਮਾਂ। ਅਸੀਂ ਉੱਥੇ ਜਾ ਕੇ ਹੱਥ ਪੈਰ ਜੋੜਾਂਗੇ, ਰਹਿਮ ਦੀ ਭੀਖ ਮੰਗਾਂਗੇ। ਹਾਂ ਮਾਂ, ਸ਼ਾਇਦ ਸਾਡੀ ਫਰਿਆਦ ਸੁਣੀ ਜਾਵੇ। ਵੇ ਛੇਤੀ ਜਾਓ, ਪਤਾ ਨਹੀਂ ਕਿਹੜੇ ਹਾਲਾਂ ਵਿੱਚ ਹੋਣੀ ਏ। मैं कई बार सोचता हुंदा सी कि अल्लाह मियां वेला होके की करदा होना है, पर अज तैनू वेख के मेरी गल दा जवाब मिल गया है। ओ वेले वेले जरूर तेरे जे सोने चेहरे बनाउंदा होना है। दया करो जनाब, मेरी ये सुखे लदी धी व्याही हुई है। पर कुदरत दी खूबसूरत गलतियां विचों एक है, इस नू नहीं छड्डांगा। ਅੱਜ ਇਸ ਦਾ ਮੁਕਲਾਵਾ ਹੈ ਜਨਾਬ। ਤੈਨੂੰ ਪਤਾ ਹੈ ਮੈਂ ਇਸ ਥਾਂ ਦਾ ਹਾਕਮ ਹਾਂ, ਹਾਕਮ। ਹਜ਼ੂਰ, ਮੇਰੀ ਭੈਣ ਤੇ ਦਇਆ ਕਰੋ। ਆਪ ਪਾਸ ਤਾਂ ਕਈ ਤੀਵੀਆਂ ਹਨ, ਪਰ ਇਹੋ ਜਿਹੀ ਸ਼ਾਇਦ ਇਸ ਇਲਾਕੇ ਵਿੱਚ ਕੋਈ ਵੀ ਨਹੀਂ। जाओ जाओ। हजूर, मेरे पास जो धन माल है वो सब ले लो, पर हजूर मेरी स्त्री मोड़ दो। एडी सोहनी स्त्री बदले
तेरा तनमाल की करना है मैं है? मैं किते मुंह दिखाने जोगा नहीं रहागा हजूर। इथों दफा हो जाओ, नहीं ते सारिਆਂ ਨੂੰ कैद कर दियांगा। ਇਸਤਰੀ ਜਾਂਦੀ ਹੈ ਤਾਂ ਜਾਏ, ਕਿਤੇ ਧਨ ਮਾਲ ਦੇ ਨਾਲ ਨਾਲ ਆਪਣੀ ਜਾਨ ਹੀ ਨਾ ਗਵਾ ਬੈਠਾ। ਉੱਠ ਵੇ ਵੀਰਾ, ਕਰ ਮਾਂ ਇਕੱਲੀ ਹੈ। ਪਰ ਧੀਏ, ਤੂੰ ਇੱਥੇ ਇਕੱਲੀ? ਮੇਰੀ ਫਿਕਰ ਨਾ ਕਰਨਾ, ਮੈਂ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਵਾਂਗੀ, ਪਰ ਮੁਗਲਾਂ ਦੇ ਹੱਥ ਦਾ ਪਾਣੀ ਨਹੀਂ ਪੀਵਾਂਗੀ। ਇਹ ਤੁਹਾਡੇ ਨਾਲ ਮੇਰਾ ਵਚਨ ਰਿਹਾ। ਜਾ ਬਾਪੂ ਜਾ। मेरा पुत्र है, ये मेरा पुत्र बलवंत है। की गल है मां, अपने घरे चीक चहड़ा कादा है? सुख तां है? साडी तां किस्मत ही माड़ी निकली पुत्रा। तेरे वर्गा गबरू जवान पुत्र जम्मिया तां ओ घर छड़ के टुर गया। तेरा बिना जड़ी सोनी थी साडी चोली पाई, उस मुकलावे आई तीन अज इतों दा हाकम चुक के लै गया जे। मां, तेरा ये बहादुर पुत्र जे ਸਿੰਘਾਂ ਵਿੱਚ ਜਾ ਰਲਿਆ ਹੈ ਤਾਂ ਸਿਰਫ ਕਮਜ਼ੋਰ ਤੇ ਗਰੀਬਾਂ ਦੀ ਮਦਦ ਵਾਸਤੇ, ਨਿਆਂ ਤੇ ਧਰਮ ਦੀ ਰਾਖੀ ਵਾਸਤੇ। ਮੈਨੂੰ ਬਸ ਉਸ ਹਾਕਮ ਦਾ ਥਾਂ ਠਿਕਾਣਾ ਦੱਸ ਦਿਓ। अपने पिंड तो कोई मील को दूर तंबू लाई बैठा जे, पर वेखी ਤੈਨੂੰ ਸਿੰਘ ਸਜਾ ਵੇਖ ਕੇ ਉਹ ਤੇਰੇ ਤੇ ਹੀ ਹਮਲਾ ਨਾ ਕਰ ਦੇਵੇ। ਸਿੱਖਾਂ ਵਿੱਚ ਰਹਿ ਕੇ ਉਹ ਜੇ ਗਿੱਦੜ ਤੇ ਹਵਸ ਤੇ ਸ਼ਿਕਾਰੀ ਹਾਕਮਾਂ ਨੂੰ ਸੋਧਣਾ ਮੈਂ ਚੰਗੀ ਤਰ੍ਹਾਂ ਸਿੱਖ ਲਿਆ ਏ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਚੱਲ ਭੈਣਾ, ਮੈਂ ਤੈਨੂੰ ਲੈਣ ਆਇਆ। ਉਹ ਹਾਕਮ ਹੁਣੇ ਆਉਣ ਹੀ ਵਾਲਾ ਹੈ। ਜੇ ਉਸ ਦੀ ਮਰਜ਼ੀ ਬਗੈਰ ਤੇਰੇ ਨਾਲ ਚਲੀ ਗਈ ਤਾਂ ਉਹ ਪਾਪੀ ਸਾਡਾ ਘਰ-ਬਾਰ ਉਜਾੜ ਦੇਗਾ। ਤੂੰ ਮੁੜ ਜਾ ਵੀਰਾ। ਇੱਕ ਤਾਂ ਮੈਂ ਦੁਬਿਧਾ ਵਿੱਚ ਫਸੀ ਹੋਈ ਭੈਣ ਦਾ ਵੀਰ ਹੋਵਾਂ ਤੇ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਸਿੰਘ ਹੋਵਾਂ, ਤੇ ਜੇ ਫਿਰ ਵੀ ਖਾਲੀ ਹੱਥ ਮੁੜ ਜਾਵਾਂ ਤਾਂ ਮੇਰੇ ਤੇ ਲਾਹਨਤ ਹੈ। मेरे बलवंत नू उस हाकम ने साडी सरस्ती मोड़ कर ली है।
ਉਸਨੇ ਮੋੜੀ ਨਹੀਂ ਮਾਂ। ਮੈਂ ਆਪਣੀ ਭੈਣ ਨੂੰ ਉਹਦੀ ਕੈਦ ਵਿੱਚੋਂ ਕੱਢ ਕੇ ਲਿਆਇਆ। ਓਏ ਤੂੰ ਉਸਦੇ ਚੁੰਗਲ ਵਿੱਚੋਂ ਸਾਡੀ ਧੀ ਨਹੀਂ ਕੱਢ ਕੇ ਲਿਆਇਆ, ਬਲਕਿ ਸਾਡੇ ਵਾਸਤੇ ਇੱਕ ਨਵੀਂ ਮੁਸੀਬਤ ਚੁੱਕ ਲਿਆਇਆ ਬਲਵੰਤ ਸਿੰਘਾ। ਤੂੰ ਤਾਂ ਮੁੜ ਕੇ ਆਪਣੇ ਜੱਥਿਆਂ 'ਚ ਜਾ ਰਲਣਾ ਹੈ, ਪਰ ਸਾਡਾ ਤਾਂ ਉਹ ਸਾਰਾ ਟੱਬਰ ਹੀ ਵੱਢ ਸੁੱਟੇਗਾ। ਪਰ ਬਾਪੂ, ਭੈਣ ਨੇ ਕਿਹੜਾ ਤੁਹਾਡੇ ਬੂਹੇ ਤੇ ਬੈਠੀ ਰਹਿਣਾ ਹੈ? ਇਸ ਦਾ ਮੁਕਲਾਵਾ ਦੇ ਕੇ ਇਹਦੇ ਸਹੁਰੇ ਤੋਰ ਦਿਓ। ਵੇ ਕਿਹੜੇ ਸਹੁਰਿਆਂ ਦੀ ਗੱਲ ਕਰਨਾ ਏ? ਇਸ ਦਾ ਘਰ ਵਾਲਾ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਪਹਿਲਾਂ ਹੀ ਜਾਨ ਬਚਾ ਕੇ ਭੱਜ ਗਿਆ ਏ। ਓਏ ਤੂੰ ਭਲਾ ਮਾਨਸ ਬਣ, ਜਿੱਧਰੋਂ ਕੁੜੀ ਲਿਆਇਆ ਏ ਉਧਰ ਹੀ ਛੱਡ ਆ। ਨਹੀਂ ਵੀਰ ਜੀ, ਮੈਂ ਹੁਣ ਉੱਥੇ ਨਹੀਂ ਜਾਣਾ। ਜੇ ਜਨਮ ਦੇਣ ਵਾਲਾ ਪਿਤਾ ਮੈਨੂੰ ਆਪਣੇ ਘਰ ਰੱਖਣ ਤੋਂ ਡਰ ਗਿਆ ਤਾਂ ਜਗਤ ਪਿਤਾ ਵਾਹਿਗੁਰੂ ਜ਼ਰੂਰ ਮੈਨੂੰ ਆਪਣੀ ਗੋਦ ਵਿੱਚ ਥਾਂ ਦੇਵੇਗਾ। ਮੈਂ ਤੁਹਾਡੇ ਨਾਲ ਚੱਲਾਂਗੀ। ਸੋਚ ਲੈ ਭੈਣਾ, ਤੂੰ 18 ਵਰਿਆਂ ਦੀ ਇੱਕ ਅਨਮੁਕਲਾਈ ਕੁੜੀ ਐ। ਜਥੇ ਦੀ ਸੇਵਾ ਕਰਦਿਆਂ ਅਨੇਕਾਂ ਔਕੜਾਂ ਨੇ, ਚੱਲ ਲੈਂਗੀ? ਇੱਥੇ ਡਰ ਦੇ ਮਾਹੌਲ ਵਿੱਚ ਕੁੱਟ-ਕੁੱਟ ਕੇ ਮਰਨ ਨਾਲੋਂ ਉੱਥੇ ਬਹਾਦਰ ਸਿੰਘ ਵੀਰਾਂ ਦੀ ਕੀਤੀ ਹੋਈ ਸੇਵਾ ਕਿਸੇ ਲੇਖੇ ਤਾਂ ਲੱਗੇਗੀ। ਚੱਲ ਵੀਰਾ, ਮਾਰ ਅੱਡੀ ਘੋੜੇ ਨੂੰ। ਸ਼ੇਰ ਸਿੰਘ, ਐਨੀ ਛੇਤੀ ਕੀ ਪੜਥੂ ਪੈ ਗਿਆ? ਜਦੋਂ ਤੂੰ ਭੈਣ ਨੂੰ ਬਚਾ ਕੇ ਲੈ ਗਿਆ ਸੈਂ ਤਾਂ ਤੁਰਕਾਂ ਨੇ ਉਸ ਨੂੰ ਲੱਭਦੇ ਲੱਭਦੇ ਸਾਡੇ ਤੇ ਹੱਲਾ ਬੋਲ ਦਿੱਤਾ। ਪਰ ਆਪਣੇ ਨਾਲ ਦੇ ਸਿੰਘ ਕਿੱਥੇ ਗਏ? ਉਹ ਤੁਰਕਾਂ ਨੂੰ ਵੜਦੇ ਵਢਾਉਂਦੇ ਭੀੜੀ ਜੂਹ ਵੱਲ ਨਿਕਲ ਗਏ। ਇਹ ਖਾਲਸਾ ਤੇਰੀਆਂ ਇਹਨਾਂ ਪਾਣੀ ਦੀਆਂ ਘੁੱਟਾਂ ਬਦਲੇ ਆਪਣਾ ਸਾਰਾ ਲਹੂ ਬਹਾ ਦੇਵੇਗਾ ਮੇਰੀਏ ਭੈਣੇ। ਮੇਰਾ ਖਿਆਲ ਹੈ ਆਪਾਂ ਇੱਥੋਂ ਨਿਕਲ ਚੱਲੀਏ। ਤੂੰ ਸਵਾਰੀ ਕਰ ਲਏਗਾ ਸ਼ੇਰ ਸਿੰਘ? ਹਾਂ, ਬਸ ਮੈਨੂੰ ਸਹਾਰਾ ਦੇ ਕੇ ਘੋੜੇ ਤੇ ਬਿਠਾ ਕੇ ਲਗਾਮ ਫੜਾ ਦਿਓ। ਬਲਵੰਤ ਸਿੰਘ, ਮੈਂ ਇਹਨਾਂ ਦਾ ਰਾਹ ਰੋਕਦਾ ਹਾਂ। ਭੈਣ ਨੂੰ ਲੈ ਕੇ ਭੱਜ ਜਾਓ। ਲੈ ਭੈਣਾ, ਤੇਰੇ ਪਾਣੀ ਦੀਆਂ ਘੁੱਟਾਂ ਦਾ ਮੁੱਲ ਮੋੜ ਚੱਲਿਆ ਹਾਂ। ਵਾਹਿਗੁਰੂ। ਖਾਲਸਾ ਜੀ, ਬਲਵੰਤ ਸਿੰਘ ਦੀ ਕੋਈ ਖਬਰ ਆਈ? ਆਪਣਾ ਸੂਈਆ ਹਰੀ ਸਿੰਘ ਮੁਗਲਾਂ ਦਾ ਭੇਸ ਧਾਰਨ ਕਰਕੇ ਗਿਆ ਹੋਇਆ। ਖਬਰ ਮਿਲਦੇ ਹੀ ਪਰਤ ਆਵੇਗਾ। ਸੱਚੇ ਪਾਤਸ਼ਾਹ, ਆਪਣੇ ਸੇਵਕ ਨੂੰ ਹੱਥ ਦੇ ਕੇ ਆਪ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਹਰੀ ਸਿੰਘ ਜੀ, ਭਾਈ ਬਲਵੰਤ ਸਿੰਘ ਦੀ ਕੋਈ ਸੂ ਲੱਗੀ? ਜੀ ਵਾਹਿਗੁਰੂ, ਸ਼ੁਕਰ ਹੈ ਸੱਚੇ ਪਾਤਸ਼ਾਹ। ਛੇਤੀ ਦੱਸੋ ਹਰੀ ਸਿੰਘ ਜੀ। ਜਦੋਂ ਮੁਗਲਾਂ ਦੇ ਪੇਸ ਵਿੱਚ
ਮੈਂ ਇੱਕ ਪੁਰਾਣੀ ਸਰਾਂ ਵਿੱਚ ਰਾਤ ਕੱਟਣ ਲਈ ਗਿਆ ਤਾਂ ਉੱਥੇ ਮੁਸਾਫਿਰ ਬਲਵੰਤ ਸਿੰਘ ਤੇ ਉਸ ਦੀ ਭੈਣ ਬਾਰੇ ਗੱਲਾਂ ਕਰ ਰਹੇ ਸਨ ਕਿ ਉਹਨਾਂ ਦੋਵਾਂ ਨੂੰ ਹਾਕਮ ਨਵਾਬ ਨੇ ਦੁਆਬੇ ਵਿੱਚ ਕੈਦ ਕਰ ਲਿਆ ਹੈ। ਚਲੋ ਸਿੰਘਾਂ ਨਾਲ ਤਾਂ ਇਹਨਾਂ ਹਾਕਮਾਂ ਨੂੰ ਦੁਸ਼ਮਣੀ ਹੋਈ, ਪਰ ਉਸ ਦੀ ਭੈਣ ਨੂੰ ਕਿਉਂ? ਕਿਉਂਕਿ ਭੈਣ ਦਾ ਬਹੁਤ ਖੂਬਸੂਰਤ ਹੋਣਾ ਵੀ ਗੁਨਾਹ ਹੋ ਗਿਆ ਤੇ ਨਵਾਬ ਚਾਹੁੰਦਾ ਹੈ ਕਿ ਦੋਵੇਂ ਭੈਣ ਭਰਾ ਉਹਨਾਂ ਦੇ ਦੀਨ ਵਿੱਚ ਆ ਜਾਣ ਤਾਂ ਕਿ ਫਿਰ ਉਹ ਉਸ ਦੀ ਭੈਣ ਨਾਲ ਨਿਕਾਹ ਕਰ ਸਕੇ। ਪਰ ਮੈਨੂੰ ਪੂਰਾ ਯਕੀਨ ਹੈ ਕਿ ਦੋਵੇਂ ਰੱਤਾ ਵੀ ਨਹੀਂ ਡੋਲੇ ਹੋਣੇ। ਜੀ ਹਾਂ, ਉਸ ਸਰਾਂ ਵਿੱਚ ਉਹ ਲੋਕ ਵੀ ਇਹੀ ਗੱਲਾਂ ਕਰ ਰਹੇ ਸੀ ਕਿ ਸਿੱਖ ਆਪਣਾ ਦੀਨ ਨਹੀਂ ਛੱਡਦੇ, ਉਹਨਾਂ ਨੂੰ ਤਾਂ ਖੀਰ ਵੀ ਬੰਨ ਕੇ ਖਵਾਉਣੀ ਪੈਂਦੀ ਹੈ। ਮਹੀਨੇ ਤੋਂ ਉੱਤੇ ਹੋ ਚੱਲਿਆ, ਤਸੀਹੇ ਤਾਂ ਬਥੇਰੇ ਦਿੱਤੇ ਹੋਣਗੇ। ਸੱਚ ਕਹਿੰਦੇ ਹੋ, ਉਹਨਾਂ ਜ਼ਖਮਾਂ ਦੇ ਠੀਕ ਹੋਣ ਦਾ ਹੀ ਇੰਤਜ਼ਾਰ ਹੋ ਰਿਹਾ ਹੈ। ਮਤਲਬ? ਅੱਜ ਮੰਗਲਵਾਰ ਹੈ ਤੇ ਉਹ ਕਹਿ ਰਹੇ ਸੀ ਕਿ ਜੁੰਮੇ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਕੰਮ ਸਿਰੇ ਚੜ ਜਾਏਗਾ। ਸਾਨੂੰ ਆਪਣੇ ਹਰ ਇੱਕ ਸਿੰਘ ਵਾਂਗ ਬਲਵੰਤ ਸਿੰਘ ਵੀ ਜਾਨ ਤੋਂ ਪਿਆਰਾ ਹੈ ਤੇ ਨਾਲੇ ਇੱਕ ਸਿੱਖ ਕੰਨਿਆ ਦਾ ਤੁਰਕਾਂ ਦੇ ਪੰਜੇ ਵਿੱਚ ਹੋਣਾ ਕਦੇ ਨਹੀਂ ਸਹਾਰਿਆ ਜਾ ਸਕਦਾ। ਜੇਕਰ ਖਾਲਸਾ ਹਿੰਮਤ ਕਰੇ ਤਾਂ ਅਜੇ ਵੇਲਾ ਹੈ, ਜੰਗਲੋਂ ਜੰਗਲ ਵੇਲੇ ਸਿਰ ਨਿਕਲ ਚੱਲੀਏ ਤੇ ਫਤਿਹ ਦਾ ਡੰਕਾ ਵਜਾਉਂਦੇ ਉਹਨਾਂ ਦੋਵਾਂ ਨੂੰ ਆਜ਼ਾਦ ਕਰਵਾ ਕੇ ਲੈ ਆਈਏ। ਬੋਲੇ ਸੋ ਨਿਹਾਲ। ਕੋਈ ਵੀ ਚੁੱਕਦਾ ਫੇਰ ਧੂਲੇ ਦਾ ਤਲਵਾਰ ਸਦਾ ਰਾਖੀ ਕਰੇ ਮਜ਼ਲੂਮ ਦੀ, ਉਹ ਸਦਾ ਰਾਖੀ ਕਰੇ ਮਜ਼ਲੂਮ ਦੀ, ਨਹੀਂ ਸਕਦਾ ਜ਼ੁਲਮ ਸਾਰ ਧੱਕਾ ਕਰੇ ਕਿਸੇ ਦੇ ਨਾਲ ਜੋ, ਧੱਕਾ ਕਰੇ ਕਿਸੇ ਦੇ ਨਾਲ ਜੋ, ਫਿਰ ਹੈ ਦੀ ਉਹਦੀ ਖੈਰ ਖਾਲਸਾ ਭਲਾ ਮੰਗੇ ਸਰਬੱਤ ਦਾ। ਬਲਵੰਤ ਸਿੰਘ, ਕੀ ਤੂੰ ਦੀਨ-ਏ ਇਸਲਾਮ ਨੂੰ ਖੁਸ਼ੀ ਨਾਲ ਕਬੂਲਦਾ ਹੈ? ਮੈਂ ਮੌਤ ਨੂੰ ਖੁਸ਼ੀ ਨਾਲ ਕਬੂਲਦਾ ਹਾਂ। ਇਹ ਬੜਾ ਢੀਠ ਹੈ, ਇਸ ਨੇ ਇੰਜ ਨਹੀਂ ਮੰਨਣਾ। ਫਿਰ ਕੀ ਕੀਤਾ ਜਾਏ ਮੁੱਲਾ ਹਜ਼ੂਰ? ਇਸ ਨੂੰ ਜਾਂ ਤਾਂ ਕਤਲ ਕੀਤਾ ਜਾਏ ਜਾਂ ਫਿਰ ਜਬਰਨ। ਹਾਂ, ਤੁਹਾਡੀ ਪਿਛਲੀ ਗੱਲ ਅੱਛੀ ਹੈ। ਹਜਾਮ ਹਾਜ਼ਰ ਹੈ? ਜੀ ਹਜ਼ੂਰ। इधर आओ, तेस ते सिर ते वाल कटो। जी बहुत अच्छा। ਖਬਰਦਾਰ ਜੇ ਕਿਸੇ ਨੇ ਮੇਰੇ ਕੇਸਾਂ ਨੂੰ ਹੱਥ ਲਾਇਆ, ਇਹ ਕੇਸ ਮੇਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਮੋਹਰ ਨੇ। ਸਿਰ ਜਾਏ ਤਾਂ ਜਾਏ, ਮੇਰਾ ਸਿੱਖ ਹੀ ਸਿਦਕ ਨਾ ਜਾਏ। जो मैं कहंदा हां ओ कर हजाम। ਰੁਕ ਜਾ ਵੇ ਹਜਾਮਾ, ਸਿੱਖ ਕਦੇ ਕੇਸ ਨਹੀਂ ਕਟਾਉਂਦਾ, ਭਾਵੇਂ ਜਾਨ ਚਲੀ ਜਾਵੇ। हजाम। ਸਾਡੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਕਿਸੇ ਨੇ ਵੀ ਕੇਸ ਕਟਵਾਉਣੇ ਪ੍ਰਵਾਨ ਨਹੀਂ ਕੀਤੇ। सिपाहियों, इस ते हथ पिछले पासे करके मुश्कां कस दियो। ਵਾਹਿਗੁਰੂ। ਹੇ ਵਾਹਿਗੁਰੂ, ਮੈਂ ਨਿਕਰਮਣ ਦੇ ਪਿੱਛੇ ਮੇਰੇ ਸੂਰਬੀਰ ਭਰਾ ਨਾਲ ਐਡਾ ਜ਼ੁਲਮ ਹੋ ਰਿਹਾ ਹੈ। ਹੱਥ ਦੇ ਕੇ ਰੱਖ ਲੈ ਸੱਚੇ ਪਾਤਸ਼ਾਹ। ਬਾਜਾਂ ਵਾਲਿਆ, ਤੇਰਾ ਖਾਲਸਾ ਤਾਂ ਹਰ ਰੋਜ਼ ਅਰਦਾਸ ਵੀ ਇਹੋ ਕਰਦਾ ਕਿ ਸਿੱਖੀ ਕੇਸਾ ਸਵਾਸਾਂ ਨਾਲ ਨਿਵੇ। ਮਿਹਰ ਕਰ ਸੱਚੇ ਪਾਤਸ਼ਾਹ, ਮਿਹਰ ਕਰ। ਬੋਲੇ ਸੋ ਨਿਹਾਲ। ਮੇਰਾ ਯੋਧਾ ਸੱਚ ਤੇ ਤਾਈਓ ਜਗ ਵਿੱਚ ਇਹਦੀ ਸ਼ਾਨ ਰਹਿੰਦਾ ਗੇਮ ਹਮੇਸ਼ਾ ਸੜਕ ਤੇ ਭਾਵੇਂ ਪੈ ਜੇ ਵਾਰ ਨਹੀਂ ਜਾਨ। ਇਹਨੂੰ ਵੇਖ ਕੇ ਚੂਮੀ ਭੱਜਦੇ ਜੀ ਭੱਜਦੇ ਹਾਂ ਭੱਜਦੇ। ਇਹਨੂੰ ਵੇਖ ਕੇ ਚੂਮੀ ਭੱਜ
ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ, ਤੁਸੀਂ ਆਪਣੇ ਬਾਰੇ ਕੀ ਸੋਚਿਆ? ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੋਵੇ। ਨਹੀਂ ਬੀਬਾ ਜੀ, ਜਿਸ ਪਾਣੇ ਨੂੰ ਤੁਸੀਂ ਖੁਸ਼ੀ-ਖੁਸ਼ੀ ਮੰਨੋ। ਸਾਨੂੰ ਤਾਂ ਜੇ ਕਹੋ ਤਾਂ ਅਸੀਂ ਤੁਹਾਡੇ ਸਵਾਮੀ ਨੂੰ ਫੜ ਲਿਆਉਂਦੇ ਹਾਂ ਤੇ ਤੁਸੀਂ ਉਸ ਨਾਲ ਸੁਖੀ ਵਸੋ। ਸਿੰਘ ਸਾਹਿਬ ਜੀ, ਗ੍ਰਹਸਥ ਦੇ ਮਾਰਗ ਤੋਂ ਹੁਣ ਮੇਰਾ ਚਿੱਤ ਉੱਠ ਗਿਆ ਹੈ, ਕਿਉਂਕਿ ਮੇਰੀ ਰੱਖਿਆ ਕਰਨਾ ਜਿਸ ਸਵਾਮੀ ਦਾ ਧਰਮ ਸੀ, ਉਹੀ ਮੈਨੂੰ ਦੁੱਖਾਂ ਦੇ ਪਿੰਜਰੇ ਵਿੱਚ ਫਸਿਆ ਵੇਖ ਕੇ ਭੱਜ ਗਿਆ। ਫਿਰ ਸਾਰੀ ਉਮਰ ਕਿਵੇਂ ਬਿਤਾਓਗੇ? ਮੇਰੇ ਗੁਰੂ ਦੇ ਜਿਸ ਖਾਲਸੇ ਨੇ ਮੇਰੀ ਇੱਜ਼ਤ ਬਚਾਈ, ਹੁਣ ਮੈਂ ਆਪਣੀ ਸਾਰੀ ਉਮਰ ਉਸੇ ਖਾਲਸੇ ਦੀ ਸੇਵਾ ਵਿੱਚ ਲੱਗ ਕੇ ਸਫਲੀ ਕਰਨੀ ਚਾਹੁੰਦੀ ਹਾਂ। ਪਰ ਅਸੀਂ ਤਾਂ ਕਦੇ ਟਿਕ ਕੇ ਇੱਕ ਥਾਂ ਤੇ ਨਹੀਂ ਰਹਿੰਦੇ, ਕਦੇ ਸੁੱਖ ਤੇ ਕਦੇ ਜੰਗ। ਮੈਂ ਸੁੱਖ ਦੇ ਦਿਨਾਂ ਵਿੱਚ ਲੰਗਰ ਆਦਿ ਦੀ ਸੇਵਾ ਕਰਿਆ ਕਰਾਂਗੀ, ਤੇ ਜਦੋਂ ਯੁੱਧ ਚੜੋਗੇ ਤਾਂ ਮੈਂ ਕਾਇਲ ਭਰਾਵਾਂ ਦੀ ਸੇਵਾ ਕਰਿਆ ਕਰਾਂਗੀ। ਵੇਖ ਲਓ ਬੀਬਾ ਜੀ, ਬੜਾ ਔਖਾ ਰਸਤਾ ਚੁਣ ਰਹੇ ਹੋ। ਨਿਭਾਉਣ ਵਾਲਾ ਤਾਂ ਸਤਿਗੁਰੂ ਏ। ਜੇ ਮੇਰਾ ਜੀਵਨ ਧਰਮ ਤੇ ਅਰਪਣ ਹੋ ਜਾਵੇ ਤਾਂ ਫਿਰ ਮੇਰੇ ਤੋਂ ਵੱਧ ਭਾਗਾਂ ਵਾਲੀ ਹੋਰ ਕੌਣ ਹੋ ਸਕਦੀ ਏ। ਸ਼ਾਬਾਸ਼ ਭੈਣੇ, ਤੇਰਾ ਹੌਸਲਾ ਸ਼ੇਰਾਂ ਵਰਗਾ ਹੈ। ਗੁਰੂ ਪਾਤਸ਼ਾਹ ਦੀ ਤੇਰੇ ਤੇ ਅਪਾਰ ਮਿਹਰ ਹੋਵੇ। ਮਾਤਾ ਭਾਗ ਕੌਰ ਦੇ ਪਾਏ ਪੂਰਨਿਆਂ ਤੇ ਚੱਲ ਕੇ ਦੇਸ਼ ਕੌਮ ਦੀ ਸੇਵਾ ਕਰੋ ਤੇ ਖੁਸ਼ੀਆਂ ਮਾਣੋ। ਚਲੋ ਹੁਣ ਸਾਰੇ ਜਣੇ ਆਰਾਮ ਕਰ ਲਵੋ, ਕੁਵੇਲਾ ਹੋ ਗਿਆ ਹੈ। ਸਵੇਰੇ ਆਸਾ ਕੀ ਵਾਰ ਤੋਂ ਬਾਅਦ ਤੁਹਾਨੂੰ ਅੰਮ੍ਰਿਤ ਛਕਾ ਕੇ ਅਸੀਂ ਸਾਰੇ ਆਪਣੀ ਧਰਮ ਭੈਣ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਾ ਜਨਮੇ ਗਵਨ ਮਿਟਾਇਆ। ਅੱਜ ਗੁਰੂ ਘਰ ਵਿੱਚ ਤੁਹਾਡਾ ਜਨਮ ਹੋਇਆ ਹੈ ਅਤੇ ਖਾਲਸਾ ਪੰਥ ਵਿੱਚ ਤੁਸੀਂ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਹਨ। ਜਨਮ ਕੇਸਗੜ੍ਹ ਸਾਹਿਬ ਹੈ
ਵਾਸੀ ਆਨੰਦਪੁਰ ਸਾਹਿਬ ਦੇ ਹੋ। ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਸਾਰੇ ਅੰਮ੍ਰਿਤਧਾਰੀ ਆਪਸ ਵਿੱਚ ਧਾਰਮਿਕ ਭਰਾਤਾ ਹਨ। ਤੁਸੀਂ ਪਿਛਲੀ ਕੁਲ, ਕਿਰਤ ਤੇ ਧਰਮ ਦਾ ਤਿਆਗ ਕਰਕੇ ਨਿਰੋਲ ਖਾਲਸਾ ਬਣ ਗਏ ਹੋ। लब लोभ अहंकार चूका, लब लोभ अहंकार चूका, सतगुरु भला पाया। कहे नानक जिसनो आप तोठा, तिने अमृत गुर ते पाया। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤਾ, ਅਵਤਾਰ ਜਾਂ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਦਸੋਂ ਗੁਰੂ ਸਾਹਿਬਾਨ ਤੇ ਉਹਨਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਰੋਜ਼ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ ਤੇ ਪੰਜ ਕਕਾਰੀ ਰਹਿਤ ਨੂੰ ਹਰ ਵੇਲੇ ਅੰਗ ਸੰਗ ਰੱਖਣਾ। सुर नर मुन जन अमृत खोज दे, सुर नर मुन जन अमृत खोज दे। ਅੱਜ ਬੀਬੀ ਸੁਰਸਤੀ ਦਾ ਅੰਮ੍ਰਿਤ ਛਕ ਕੇ ਗੁਰੂ ਘਰ ਵਿੱਚ ਨਵਾਂ ਜਨਮ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਇਸ ਦਾ ਨਵਾਂ ਨਾਮ ਬੀਬੀ ਸੁੰਦਰ ਕੌਰ ਬਖਸ਼ਿਸ਼ ਹੋਇਆ ਹੈ। ਸਰਬੱਤ ਖਾਲਸਾ ਇਸ ਨੂੰ ਆਪਣੀ ਧਰਮ ਭੈਣ ਜਾਣੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਸ ਤਰ੍ਹਾਂ ਸਰਦਾਰ ਸ਼ਾਮ ਸਿੰਘ ਦੇ ਜੱਥੇ ਦੇ ਬਹਾਦਰ ਸਿੰਘਾਂ ਵਿੱਚ ਨਿਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਵਾਹ ਹੋਣ ਲੱਗਾ। ਦੋ ਵੇਲੇ ਲੰਗਰ ਵਿੱਚ ਸੁੰਦਰੀ ਲੱਗੀ ਰਹਿੰਦੀ ਤੇ ਕੁਝ ਸਿੰਘਾਂ ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੀ। ਭਜਨ ਬਾਣੀ ਵੀ ਨੇਮ ਨਾਲ ਕਰਦੀ। ਇੱਕ ਵਾਰੀ ਲੰਗਰ ਦਾ ਸਮਾਨ ਮੁੱਕ ਗਿਆ ਤੇ ਖਜ਼ਾਨਾ ਵੀ ਖਾਲੀ ਹੋ ਗਿਆ। ਬਲਵੰਤ ਸਿੰਘ, ਹੁਣ ਸਭ ਕੁਝ ਮੁੱਕ ਗਿਆ ਹੈ। ਉੱਤੋਂ ਦੀ ਖਜ਼ਾਨਾ ਵੀ ਪੂਰੀ ਤਰ੍ਹਾਂ ਖਾਲੀ ਹੋ ਗਿਆ ਹੈ। ਜੀ ਖਾਲਸਾ ਜੀ, ਹੁਣ ਤਾਂ ਕੋਈ ਚੀਜ਼ ਵੀ ਕੋਲ ਨਹੀਂ ਜਿਹਨੂੰ ਵੇਚ ਕੇ ਲੰਗਰ ਵਾਸਤੇ ਸਮਾਨ ਲਿਆਂਦਾ ਜਾ ਸਕੇ। ਵੀਰ ਜੀ, ਮੈਂ ਆਪਣੇ ਵਿਆਹ ਵੇਲੇ ਦੀ ਇੱਕ ਮੁੰਦਰੀ ਹਾਲੇ ਤੱਕ ਰੱਖੀ ਹੋਈ ਏ। ਇਸ ਵਿੱਚ ਜੜੇ ਹੀਰੇ ਨੂੰ ਵੇਚ ਕੇ ਰਸਦ ਦਾ ਬੰਦੋਬਸਤ ਕਰਦੀ ਹਾਂ। ਨਹੀਂ ਭੈਣਾ, ਇਹ ਤੇਰੀ ਇੱਕ ਯਾਦ ਨਿਸ਼ਾਨੀ ਹੈ। ਭਾਈ ਸਾਹਿਬ ਜੀ, ਆਪ ਸਿੰਘਾਂ ਨੇ ਜੋ ਦੇਸ਼ ਕੌਮ ਲਈ ਆਪਣੇ ਸੁੱਖ ਆਰਾਮ ਕੁਰਬਾਨ ਕੀਤੇ ਹਨ, ਉਹਨਾਂ ਸਾਹਮਣੇ ਇਹ ਮੁੰਦਰੀ ਤਾਂ ਬਹੁਤ ਤੁੱਛ ਹੈ। ਖਾਲਸਾ ਪੰਥ ਦੀ ਸੇਵਾ ਲਈ ਤਾਂ ਮੈਂ ਇਹੋ ਜਿਹੀਆਂ ਹਜ਼ਾਰਾਂ ਯਾਦ ਨਿਸ਼ਾਨੀਆਂ ਕੁਰਬਾਨ ਕਰ ਸਕਦੀ ਹਾਂ। ਧੰਨ ਸਿੱਖੀ, ਧੰਨ ਗੁਰੂ ਕੇ ਸਿੱਖ। ਮੈਨੂੰ ਆਗਿਆ ਦਿਓ, ਮੈਂ ਇਸ ਨੂੰ ਹੁਣੇ ਨਾਲ ਦੇ ਪਿੰਡ ਵੇਚ ਕੇ ਆਈ। ਮੁੰਦਰੀ ਤਾਂ ਚੰਗੀ ਐ, ਨਗ ਵੀ ਸੁੱਚਾ ਹੈ। ਜੇ ਸ਼ਹਿਰ ਲੈ ਜਾਵੇਂ ਤਾਂ ਚੰਗਾ ਮੁੱਲ ਪੈ ਸਕਦਾ ਹੈ। ਇੱਥੇ ਤਾਂ ਸਿਰਫ 500 ਹੀ ਮਿਲ ਸਕਦਾ। ਸ਼ਹਿਰ ਜਾਣ ਦਾ ਮੇਰੇ ਕੋਲ ਵੇਲਾ ਨਹੀਂ ਹੈ। ਤੁਸੀਂ ਇਸ ਨੂੰ 500-700 ਵਿੱਚ ਹੀ ਖਰੀਦ ਲਓ। ਬੀਬੀ, शिव जी तेरी कामना पूरी करे, पर मेरे को इस वक्त कोई धन संपदा नहीं है। पर तुझे मेरी एक होर गल मन्ने तो इथों छेती छेती जिधरों आई है मुड़ जा। ओ क्यों? मुंदरी दे हीरे दी चमक तो तू अपनी मुट्ठी विच बंद कर लेंगी, पर जे तेरी खूबसूरती ते इथों दे मुगल हाकम दी नजर पै गई तो वो तेनू छड्डेगा नहीं। तुसी रोण क्यों लग पए? एक दिन मैं शिवालय जल चढ़ाउण गया तो पिछों उसे मुगल हाकम ने छत ते वाल सकाउंदी मेरी खूबसूरत वोटी वेख लीती ते मैनू शिव दुआले तो निकलदे ही फड़वा लिया। फिर मैनू एक कह भेजा कि जे मैं अपनी वोटी उसनू देवां तां ओ मैनू छड्डणगे। पर की तुसी अपनी इस्त्री दा थां ठिकाना लभण दी कोशिश नहीं कीती? मैं अपने सोने दे कड़े
ਤੇ ਮੁੰਦਰੀਆਂ ਦਰੋਗੇ ਨੂੰ ਵੱਢੀ ਦੇ ਦਿੱਤੀਆਂ ਤੇ ਕਿਸੇ ਹਿੱਲੇ ਖਬਰ ਮੰਗਵਾਈ ਕਿ ਮੇਰੀ ਵੋਟੀ ਨੇ ਅਜੇ ਤੱਕ ਧਰਮ ਨਹੀਂ ਹਾਰਿਆ ਤੇ ਉਹ ਕੈਦ ਵਿੱਚ ਪਈ ਹੋਈ ਹੈ। ਤੁਹਾਡੀ ਕਿਸੇ ਨੇ ਵੀ ਮਦਦ ਨਹੀਂ ਕੀਤੀ? ਸਭ ਡਰਦੇ ਨੇ, ਪਤਾ ਨਹੀਂ ਦੇਵੀ ਦੇਵਤਾ ਵੀ ਕਿੱਧਰ ਜਾ ਲੁਕੇ ਨੇ। ਤੁਸੀਂ ਮੇਰੇ ਭਰਾਵਾਂ ਤੇ ਭਰੋਸਾ ਰੱਖੋ, ਉਹ ਤੁਹਾਨੂੰ ਤੁਹਾਡੀ ਵੋਟੀ ਵਾਪਸ ਦਿਵਾ ਦੇਣਗੇ। ਇਹ ਤਾਂ ਮੈਨੂੰ ਡੁੱਬਦੇ ਨੂੰ ਤੀਲੇ ਦਾ ਸਹਾਰਾ ਮਿਲ ਗਿਆ। ਮੈਂ ਤੇਰੇ ਨਾਲ ਚੱਲਦਾ। ਅਸੀਂ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ, ਇਸ ਲਈ ਮੈਂ ਤੁਹਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਨੀ ਆ ਤੇ ਆਪਣੇ ਭਰਾਵਾਂ ਦੇ ਠਿਕਾਣੇ ਤੇ ਚੱਲ ਕੇ ਖੋਲ ਦਿਆਂਗੀ। ਚੰਗਾ, ਚੱਲ ਬੀਬੀ। ਭੈਣ ਜੀ, ਆਪਣੇ ਨਾਲ ਕਿਸ ਅਣਜਾਣ ਬੰਦੇ ਨੂੰ ਲੈ ਆਇਓ? ਤੁਸੀਂ ਬੜੇ ਚਿਰ ਤੋਂ ਵਿਹਲੇ ਬੈਠੇ ਸੋ ਮੈਂ ਤੁਹਾਡੇ ਲਈ ਕੰਮ ਲੱਭ ਕੇ ਲਿਆਈ ਆ। ਬਲਵੰਤ ਸਿੰਘ ਜੀ, ਪਹਿਲਾਂ ਮਹਿਮਾਨ ਦੀ ਪੱਟੀ ਖੋਲ ਕੇ ਲੰਗਰ ਛਕਾਓ। ਸਤ ਬਚਨ ਜੀ। ਭੈਣ ਜੀ, ਸਾਨੂੰ ਕਿਸੇ ਓਪਰੇ ਬੰਦੇ ਦਾ ਵਿਸ਼ਾ ਨਹੀਂ ਕਰਨਾ ਚਾਹੀਦਾ। ਵੀਰ ਜੀ, ਇਸ ਦੀ ਬੋਟੀ ਨੂੰ ਬਹੁਤ ਸੁੰਦਰ ਹੋਣ ਕਰਕੇ ਮੁਗਲ ਹਾਕਮ ਚੁੱਕ ਕੇ ਲੈ ਗਿਆ, ਕਿਉਂਕਿ ਮੈਂ ਆਪਣੀ ਕੈਦ ਨਹੀਂ ਭੁੱਲੀ। ਮੈਂ ਇਸ ਨੂੰ ਆਖਿਆ ਕਿ ਮੇਰੇ ਸਿੰਘ ਵੀਰ ਤੇਰੀ ਬੋਟੀ ਤੈਨੂੰ ਵਾਪਸ ਦਵਾ ਦੇਣਗੇ। ਪਰ ਇਹਨੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀਆਂ ਕਿ ਨਹੀਂ? ਇਹ ਤਾਂ ਉਸਦੀ ਪਲ-ਪਲ ਦੀ ਖਬਰ ਰੱਖ ਰਿਹਾ ਹੈ ਤੇ ਇਸ ਕੰਮ ਲਈ ਰਿਸ਼ਵਤਾਂ ਦੇ ਕੇ ਆਪਣਾ ਘਰ ਖਾਲੀ ਕਰੀ ਬੈਠਾ ਹੈ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਇਹੋ ਕਿ ਇਸ ਦੀ ਵੋਟੀ ਜੋ ਇਸ ਵੇਲੇ ਔਖ ਵਿੱਚ ਹੈ, ਉਸ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗਾ ਏ। ਇਸ ਵੇਲੇ ਉਹ ਕਿੱਥੇ ਕੈਦ ਹੈ? ਖੱਤਰੀ ਦੱਸਦਾ ਹੈ ਉਹ ਮੁਗਲ ਹਾਕਮ ਤੇ ਮਹਿਲਾਂ ਵਿੱਚ ਹੈ। ਸਾਡੀ ਹੋੜ ਵਾਲੀ ਬੇਗਮ ਨੇ ਕੁਝ ਖਾਦਾ ਹੈ ਕਿ ਨਹੀਂ? ਅਜੇ ਤੱਕ ਤਾਂ ਕੁਝ ਨਹੀਂ ਹਜ਼ੂਰ। ਅਸੀਂ ਆਪਣਾ ਪੂਰਾ ਜ਼ੋਰ ਲਗਾ ਬੈਠੇ ਹਾਂ। ਇਹ ਤੁਹਾਡੇ ਕੋਲੋਂ ਨਹੀਂ ਮੰਨੇਗੀ। ਆਖਰ ਮੇਰੇ ਵੀ ਸਬਰ ਦੀ ਕੋਈ ਹੱਦ ਹੈ। ਮੈਂ ਇਸ ਨੂੰ ਸ਼ਰਾਬ ਤੇ ਕਬਾਬ ਖਵਾਵਾਂਗਾ। ਮੈਂ ਆਪਣੇ ਧਰਮ ਦੀ ਰਾਖੀ ਲਈ ਜਾਨ ਮਾਰ ਦਿਆਂਗੀ, ਪਰ ਮੂੰਹ ਵਿੱਚ ਸ਼ਰਾਬ ਤੱਕ ਹੀ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਜਾਣ ਦਿਆਂਗੀ। ਵਾਹ ਮੇਰੇ ਪਰਮਾਤਮਾ, ਮੇਰੇ ਸਾਈਂ ਜੀ, ਮੈਂ ਆਪਣਾ ਧਰਮ ਨਹੀਂ ਗੁਆਇਆ। ਮੈਂ ਅੱਜ ਵੀ ਸ਼ੀਲ ਧਰਮ ਵਿੱਚ ਦ੍ਰਿੜ ਹਾਂ। ਪਿਆਰੀ ਭੈਣੇ, ਧੰਨ ਹੈ ਤੂੰ ਜਿਨੇ ਐਡੇ ਕਸ਼ਟ ਵਿੱਚ ਵੀ ਪਤੀਵ੍ਰਤਾ ਧਰਮ ਨਿਭਾਇਆ। ਸੁੰਦਰੀ ਭੈਣ ਜੀ, ਮੈਂ ਤੁਹਾਡਾ ਦੇਣਾ ਕਿਵੇਂ ਦਿਆਂਗਾ? ਤੁਸੀਂ ਮੇਰੇ ਘਰ ਦੀ ਲਾਜ ਤੁਰਕਾਂ ਤੋਂ ਬਚਾਈ ਹੈ। ਸਾਡਾ ਤੁਰਕਾਂ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿੱਛੇ ਕੋਈ ਵੈਰ ਨਹੀਂ। ਅਸੀਂ ਤਾਂ ਸਿਰਫ ਇਸ ਲਈ ਇਹਨਾਂ ਨੂੰ ਨਾਸ਼ ਕਰਦੇ ਹਾਂ ਕਿਉਂਕਿ ਇਹ ਬਾਦਸ਼ਾਹ ਹੋ ਕੇ ਪਰਜਾ ਨੂੰ ਦੁੱਖ ਦਿੰਦੇ ਨੇ। ਧਿਆਨ ਨਾਲ ਸੁਣੋ ਲੋਕੋ, ਇਹ ਤੁਹਾਡਾ ਹਾਕਮ ਲੋਕਾਂ ਤੇ ਹਮੇਸ਼ਾ ਹੀ ਜ਼ੁਲਮ ਕਰਦਾ ਰਿਹਾ ਹੈ। ਇਸ ਨੇ ਬੇਗੁਨਾਹਾਂ ਨੂੰ ਮਰਵਾਇਆ, ਅਨਾਥਾਂ ਨੂੰ ਤਸੀਹੇ ਦਿੱਤੇ ਤੇ ਹਾਕਮ ਹੋ ਕੇ ਥੋਹਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਬਦਾ ਰਿਹਾ। ਇਸ ਲਈ ਇਸ ਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿੱਤਾ ਜਾਂਦਾ ਹੈ। ਸਿੰਘ ਆ ਗਏ, ਬਚਾ ਲਿਆ ਸਾਨੂੰ। ਚੰਗਾ ਭੈਣਾ, ਅਸੀਂ ਹੁਣ ਚੱਲਦੇ ਹਾਂ। ਤੁਸੀਂ ਸੁਖੀ ਵਸੋ। ਭੈਣ ਸੁੰਦਰ ਕੌਰ ਜੀ, ਹਾਕਮ ਨੂੰ ਮਾਰਨ ਤੋਂ ਬਾਅਦ ਹੁਣ ਸੁੱਖ ਸਾਡੀ ਝੋਲੀ ਵਿੱਚ ਆ ਨਹੀਂ ਸਕਦੇ, ਕਿਉਂਕਿ ਇੱਥੇ ਜਦ ਤੁਰਕ ਸਿਪਾਹੀ ਆਉਣਗੇ ਤਾਂ ਸਾਰਾ ਗੁੱਸਾ ਸਾਡੇ ਤੇ ਹੀ ਕੱਢਣਗੇ। ਇਸ ਲਈ ਸਾਡੀ ਬੇਨਤੀ ਹੈ ਕਿ ਸਾਨੂੰ ਵੀ ਆਪਣੇ ਨਾਲ ਲੈ ਚੱਲੋ। ਅਸੀਂ ਦੋਵੇਂ ਜਣੇ ਦਿਲੋਂ ਤੁਹਾਡੇ ਜੱਥੇ ਦੀ ਰੱਜ ਕੇ ਸੇਵਾ ਕਰਿਆ ਕਰਾਂਗੇ। ਸਾਡਾ ਜਨਮ ਸਫਲ ਹੋ ਜਾਏਗਾ। ਨਾਲੇ ਮੇਰਾ ਸਾਰਾ ਧਨ ਵੀ ਨਾਲ ਲੈ ਚੱਲੋ। ਇੱਥੇ ਬਿਰਥਾ ਜਾਊ, ਕਿਉਂਕਿ ਪਿੱਛੇ ਖਾਣ ਵਾਲਾ ਕੋਈ ਸਾਡਾ ਧੀ ਪੁੱਤ ਤਾਂ ਹੈ ਨਹੀਂ। ਕਿਉਂ ਵੀਰ ਬਲਵੰਤ ਸਿੰਘ ਜੀ? ਭੈਣ ਜੀ, ਸਾਡੇ ਤੇ ਭਰੋਸਾ ਰੱਖੋ।
ਮੈਂ ਤੇ ਮੇਰੀ ਪਤਨੀ ਵੀ ਤੁਹਾਡੇ ਵਾਂਗ ਅੰਮ੍ਰਿਤ ਛਕ ਕੇ ਸਿੰਘ ਸਜਾਂਗੇ ਤੇ ਪੰਥ ਦੀ ਸੇਵਾ ਕਰਾਂਗੇ। ਠੀਕ ਹੈ, ਪਰ ਸਿੰਘ ਸਜਣ ਵਾਲਾ ਵਾਦਾ ਨਾ ਭੁੱਲਣਾ। ਲੈ ਭੈਣਾ, ਅੱਜ ਤੋਂ ਤੂੰ ਸਾਡੇ ਸਾਰਿਆਂ ਦੀ ਧਰਮ ਭੈਣ ਹੈ ਤੇ ਤੇਰਾ ਨਾਂ ਵੀ ਅੱਜ ਤੋਂ ਧਰਮ ਕੌਰ ਹੈ। ਤੇ ਤੇਰਾ ਨਾਂ ਹੁਣ ਸਿੰਘ ਸਜਣ ਤੋਂ ਬਾਅਦ ਧਰਮ ਸਿੰਘ ਹੋ ਗਿਆ। ਇਹ ਸਭ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਜਿਸ ਨੇ ਸਾਨੂੰ ਦੋਹਾਂ ਨੂੰ ਤੁਹਾਡੇ ਭੈਣ ਭਰਾ ਦੇ ਸਦਕੇ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ। ਚੰਗਾ ਵੀਰ ਜੀ, ਮੈਂ ਭੈਣ ਧਰਮ ਕੌਰ ਨੂੰ ਨਾਲੇ ਤਾਂ ਪਿੰਡ ਤੋਂ ਜਾਣੂ ਕਰਵਾ ਲਿਆਵਾਂ ਤੇ ਨਾਲ ਲੰਗਰ ਵਾਸਤੇ ਲੂਣ ਤੇ ਕੁਝ ਹੋਰ ਰਸਦ ਲੈ ਆਉਂਦੀ ਹਾਂ। ਤੁਸੀਂ ਵੀ ਅੱਜ ਤੋਂ ਨਾਮ ਸਿਮਰਨ ਤੇ ਸੇਵਾ ਵਿੱਚ ਲੱਗ ਜਾਓ। ਹਾਏ ਹਾਏ, ਪਾਣੀ ਤੂੰ ਕੌਣ ਹੈ ਰੱਬ ਦਿਆ ਬੰਦਿਆ? ਪਾਣੀ। ਭੈਣ ਧਰਮ ਕੌਰ, ਜਾ ਕੇ ਤੋ ਛੇਤੀ ਨਾਲ ਇਸ ਲਈ ਪਾਣੀ ਲੈ ਆ। ਹਾਏ ਹਾਏ, ਤੁਸੀਂ ਕੌਣ ਹੋ? ਪਾਣੀ। ਇਸ ਦਾ ਹੁਣ ਕੀ ਕਰੀਏ? ਇਸ ਨੂੰ ਆਪਣੇ ਨਾਲ ਪਿੰਡ ਲੈ ਚੱਲੀਏ? ਪਿੰਡ ਨਾਲ ਲੈ ਜਾ ਕੇ ਆਪਾਂ ਆਪ ਹੀ ਕਿਸੇ ਮੁਸ਼ਕਿਲ ਵਿੱਚ ਨਾ ਫਸ ਜਾਈਏ, ਤੇ ਜੇ ਇਸ ਨੂੰ ਪੀੜੀ ਜੋ ਲੈ ਜਾਵਾਂਗੇ ਤਾਂ ਸਾਡੇ ਸਿੰਘ ਭਰਾ ਮੈਨੂੰ ਸ਼ੁਦੈਣ ਆਖਣਗੇ। ਉਹ ਕਿਉਂ ਆਖਣਗੇ? ਜਦੋਂ ਵੀ ਪਿੰਡ ਕੋਈ ਰਸਦ ਲੈਣ ਜਾਂਦੀ ਹੈ, ਕੋਈ ਨਾ ਕੋਈ ਦੁਖੀ ਬੰਦਾ ਨਾਲ ਹੀ ਲੈ ਆਉਂਦੀ ਹੈ। ਪਰ ਮੈਂ ਵੀ ਕੀ ਕਰਾਂ, ਲੋੜਵੰਦ ਦੀ ਸੇਵਾ ਕਰਨਾ ਹੀ ਤਾਂ ਗੁਰਸਿੱਖੀ ਹੈ। ਤੁਸੀਂ ਸਿੰਘਣੀਆਂ ਹੋ? ਜੀ ਹਾਂ। ਮੈਂ ਤਾਂ ਸੁਣ ਰੱਖਿਆ ਸੀ ਕਿ ਸਿੱਖ ਅਤੀ ਕਰੜੇ ਹੁੰਦੇ ਹਨ, ਪਰ ਤੁਸੀਂ ਤਾਂ ਦਇਆਵਾਨ ਵੀ ਪਰਲੇ ਦਰਜੇ ਦੇ ਨਿਕਲੇ। ਅਸੀਂ ਤੁਹਾਡੀ ਕੀ ਸੇਵਾ ਕਰੀਏ? ਇੰਨਾ ਥੋੜਾ ਹੈ ਕਿ ਜਿਹੜਾ ਤੁਸੀਂ ਮੇਰੇ ਮਰਦਿਆਂ ਦੇ ਮੂੰਹ ਵਿੱਚ ਪਾਣੀ ਪਾ ਕੇ ਮਰਨੋਂ ਬਚਾ ਲਿਆ। ਬਸ ਹੁਣ ਮੈਨੂੰ ਆਸਰਾ ਦੇ ਕੇ ਮੇਰੇ ਘੋੜੇ ਤੇ ਬਿਠਾ ਦਿਓ, ਮੈਂ ਆਪੇ ਨਿਕਲ ਜਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਰਦਾਰ ਬਿਜਲਾ ਸਿੰਘ ਜੀ, ਸਭ ਸੁੱਖ ਤਾਂ ਹੈ? ਮੈਨੂੰ ਖਾਲਸਾ ਜੀ ਨੇ ਆਪ ਪਾਸ ਇਹ ਦੱਸਣ ਲਈ ਭੇਜਿਆ ਹੈ ਕਿ ਲਖਪਤ ਰਾਏ ਨੇ ਡਾਢਾ ਹਨੇਰ ਚੁੱਕਿਆ ਹੋਇਆ ਹੈ। ਕਈ ਥਾਵਾਂ ਤੇ ਉਸਨੇ ਧਰਮਸ਼ਾਲਾ ਦੀ ਬੇਅਦਬੀ ਕੀਤੀ ਹੈ ਤੇ ਪੋਥੀਆਂ ਵੀ ਸਾੜੀਆਂ ਹਨ। ਇਹ ਤਾਂ ਬਹੁਤ ਵੱਡਾ ਜ਼ੁਲਮ ਹੈ। ਸਰਦਾਰ ਜੱਸਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਸੁੱਖਾ ਸਿੰਘ ਤੇ ਹੋਰ ਸਾਰੇ ਸਿੰਘ ਇਕੱਠੇ ਹੋ ਰਹੇ ਨੇ, ਕਿਉਂਕਿ ਲਖਪਤ ਰਾਏ ਰਾਵੀ ਦੇ ਜੰਗਲਾਂ ਤੇ ਹੋਰ ਲੁਕਮੀਆਂ ਥਾਵਾਂ ਤੋਂ ਖਾਲਸੇ ਨੂੰ ਕੱਢ ਰਿਹਾ ਹੈ। ਖਾਲਸੇ ਨੇ ਸਾਨੂੰ ਕੀ ਹੁਕਮ ਕੀਤਾ? ਤੁਸੀਂ ਵੀ ਉਧਰ ਨੂੰ ਚਾਲੇ ਪਾਓ, ਕਿਉਂਕਿ ਇਸ ਪਾਸੇ ਵੀ ਮੁਗਲ ਸੈਨਾ ਜੰਗਲਾਂ ਨੂੰ ਖੋਜਣ ਆ ਰਹੀ ਹੈ। ਸਤ ਬਚਨ। ਬਲਵੰਤ ਸਿੰਘ, ਖਾਲਸਾ ਜੀ ਨੂੰ ਆਖ ਦੇਵੋ ਕਮਰ ਕੱਸੇ ਕਰਕੇ ਚੜਾਈ ਦਾ ਤਿਆਰਾ ਕਰ ਲੈਣ। ਸਤ ਬਚਨ। ਭੈਣ ਧਰਮ ਕੌਰ, ਸੁੰਦਰ ਕੌਰ ਕਿੱਥੇ ਹੈ? ਉਹਨਾਂ ਨੇ ਮੈਨੂੰ ਤਾਂ ਰਸਦ ਦਿਵਾ ਕੇ ਇੱਧਰ ਭੇਜ ਦਿੱਤਾ ਸੀ ਤੇ ਆਪ ਕਹਿਣ ਲੱਗੇ ਕਿ ਮੈਂ ਕੁਝ ਜੰਗਲੀ ਬੂਟਿਆਂ ਦੀਆਂ ਜੜ੍ਹਾਂ ਪੱਟ ਕੇ ਲਿਆਉਂਦੀ ਹਾਂ। ਰਾਹ ਵਿੱਚ ਹੀ ਹੋਣਗੇ। ਬਸ ਖੜੀ ਰਹਿ। ਕੌਣ ਹੋ ਤੁਸੀਂ ਤੇ ਕੀ ਚਾਹੁੰਦੇ ਹੋ? ਸਿੱਖਾਂ ਦਾ ਪਤਾ ਦੱਸ, ਉਹ ਕਿੱਥੇ ਨੇ? ਨਹੀਂ ਤਾਂ ਤੈਨੂੰ ਬੇਪਤ ਕਰਾਂਗੇ। ਹੈ ਕਿਸੇ ਦੀ ਹਿੰਮਤ ਕਿ ਹੱਥ ਲਾ ਜਾਵੇ? ਪਾਣੀ। ਬੀਬੀ, ਤੂੰ ਨਹੀਂ ਜਾਣਦੀ ਮੈਂ ਕੌਣ ਹਾਂ। ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਪਿੰਡੋਂ ਪਕੜ ਕੇ ਲਿਆਏ ਸਨ। ਮੈਂ ਤੁਹਾਨੂੰ ਉਦੋਂ ਹੀ ਪਛਾਣ ਲਿਆ ਸੀ
ਕਿਉਂਕਿ ਤੁਹਾਡੇ ਤੇ ਰੱਖਿਆ ਗਿਆ ਇਨਾਮ ਮੈਨੂੰ ਅੱਜ ਵੀ ਚੇਤੇ ਹੈ। ਸ਼ੁਕਰ ਹੈ ਖੁਦਾਵੰਦ ਕਰੀਮ ਦਾ, ਜਿਸ ਨੇ ਮੇਰੀ ਮੁਰਾਦ ਪੂਰੀ ਕੀਤੀ ਹੈ। ਕੀ ਮੇਰੀ ਨੇਕੀ ਤੇ ਸੇਵਾ ਦਾ ਇਹ ਫਲ ਹੈ? ਤੁਹਾਡੀ ਨੇਕੀ ਮੇਰੇ ਸਿਰ ਮੱਥੇ। ਇਸੇ ਕਰਕੇ ਮੈਂ ਤੈਨੂੰ ਫਕੀਰਨ ਨੂੰ ਰਾਣੀ ਬਣਾਉਣਾ ਚਾਹੁੰਦਾ ਹਾਂ। ਹੇ ਅਕਿਰਤਕਣ, ਤੇਰੇ ਇਹ ਲੱਛਣ ਬੜੇ ਖੋਟੇ ਨੇ। ਕਮਲੀ ਨਾ ਬਣ, ਦੁਨੀਆ ਦੇ ਸੁੱਖ ਲੈਣ ਦੀ ਇਹੀ ਉਮਰ ਹੈ। ਮੈਂ ਸਿੰਘਣੀ ਆ, ਕੋਈ ਕਮੀਨ ਇਸਤਰੀ ਨਹੀਂ ਜੋ ਕਿਸੇ ਲਾਲਚ ਵਿੱਚ ਫਸਾਂ। ਜੇ ਮੈਨੂੰ ਛੱਡ ਦੇਵੇਂਗਾ ਤਾਂ ਅੱਲਾ ਤੇਰਾ ਭਲਾ ਕਰੇਗਾ, ਜੇ ਨਹੀਂ ਤਾਂ ਮੈਂ ਆਪਣੀ ਜਾਨ ਤੇ ਖੇਡ ਜਾਵਾਂਗੀ। ਮੈਂ ਤੈਨੂੰ ਆਪਣੇ ਮਾਲਕ ਦੀ ਬੇਗਮ ਬਣਾ ਕੇ ਹਟਾਂਗਾ। ਬਿਜਲਾ ਸਿੰਘ ਜੀ, ਇਹ ਸਭ ਸ਼ੁਰੂ ਕਿਵੇਂ ਹੋਇਆ? ਭਾਈ ਬਿਜਲਾ ਸਿੰਘ ਜੀ ਨੇ ਦੱਸਿਆ ਕਿ ਰੋੜੀ ਸਾਹਿਬ ਸਿੰਘਾਂ ਦਾ ਇੱਕ ਜੱਥਾ ਠਹਿਰਿਆ ਹੋਇਆ ਸੀ ਕਿ ਜਸਪਤ ਰਾਏ ਨੇ ਆ ਘੇਰਿਆ। ਸਿੰਘਾਂ ਨੇ ਸੁਨੇਹਾ ਭੇਜਿਆ ਕਿ ਅਸੀਂ ਲੰਗਰ ਛਕ ਕੇ ਚਲੇ ਜਾਣਾ ਹੈ। ਜਸਪਤ ਰਾਏ ਨੇ ਸੋਚਿਆ ਕਿ ਸਿੰਘ ਡਰ ਗਏ ਨੇ ਤੇ ਅੱਗੋਂ ਜਵਾਬ ਦਿੱਤਾ, ਜਾਂਦੇ ਕਿੱਧਰ ਹੋ? ਇੱਕ ਇੱਕ ਦੇ ਕੇਸਾਂ ਦੇ ਰੱਸੇ ਵੱਟ ਕੇ ਲਾਹੌਰ ਦਰਬਾਰ ਵਿੱਚ ਭੇਜਾਂਗਾ। ਸਿੰਘਾਂ ਨੂੰ ਇਸ ਗੱਲ ਦਾ ਬੜਾ ਰੋਹ ਚੜਿਆ ਤੇ ਲੜਾਈ ਛਿੜ ਗਈ। ਭਾਈ ਨਿਬਾਹੂ ਸਿੰਘ ਮੌਕਾ ਤਾੜ ਕੇ ਹਾਥੀ ਦੀ ਪੂੰਛ ਫੜ ਕੇ ਉੱਤੇ ਜਾ ਚੜਿਆ ਤੇ ਜਸਪਤ ਰਾਏ ਨੂੰ ਮਾਰ ਮੁਕਾਇਆ। ਜਸਪਤ ਰਾਏ ਦੀ ਮੌਤ ਤੇ ਉਹਦਾ ਭਰਾ ਲਖਪਤ ਰਾਏ ਯਈਆ ਖਾਂ ਕੋਲ ਗਿਆ ਤੇ ਆਪਣੀ ਪੱਗ ਲਾ ਕੇ ਸਹੁੰ ਚੁੱਕੀ ਕਿ ਜਦ ਤੱਕ ਸਿੱਖਾਂ ਦਾ ਬੀਜ ਨਾਸ਼ ਨਹੀਂ ਕਰ ਦਿੰਦਾ, ਸਿਰ ਤੇ ਪੱਗ ਨਹੀਂ ਰੱਖਾਂਗਾ। ਨਾਲੇ ਕਹਿੰਦਾ, ਇੱਕ ਖੱਤਰੀ ਗੁਰੂ ਨਾਨਕ ਨੇ ਸਿੱਖ ਧਰਮ ਚਲਾਇਆ ਸੀ ਤੇ ਮੈਂ ਲਖਪਤ ਰਾਏ ਖੱਤਰੀ ਇਸ ਧਰਮ ਨੂੰ ਦੁਨੀਆ ਤੋਂ ਖਤਮ ਕਰ ਦੇਵਾਂਗਾ। ਲਖਪਤ ਰਾਏ ਨੇ ਪਹਿਲਾਂ ਲਾਹੌਰ ਦੇ ਸਾਰੇ ਕਿਰਤੀ ਸਿੱਖ ਫੜ ਘੱਲੇ ਤੇ ਸਭਨਾਂ ਨੂੰ ਮੌਤ ਜਾਂ ਇਸਲਾਮ ਵਿੱਚੋਂ ਇੱਕ ਚੁਣਨ ਦਾ ਮੌਕਾ ਦਿੱਤਾ। ਪਰ ਧੰਨ ਹੈ ਖਾਲਸਾ ਜੀ, ਜੋ ਹੱਸ-ਹੱਸ ਜਾਨਾਂ ਦਿੰਦੇ ਰਹੇ ਪਰ ਕਿਸੇ ਨੇ ਧਰਮ ਵੱਲੋਂ ਮੂੰਹ ਨਹੀਂ ਮੋੜਿਆ। ਹਾਲਾਂਕਿ ਦੀਵਾਨ ਕੋੜਾਮਲ ਤੇ ਦੀਵਾਨ ਸੂਰਜ ਸਿੰਘ ਨੇ ਬਹੁਤ ਸਮਝਾਇਆ ਕਿ ਦੇਖ, ਇਹ ਸਿੱਖ ਸਾਡੀਆਂ ਬਾਹਾਂ ਨੇ ਅਤੇ ਲਖਪਤ ਰਾਏ ਨੂੰ ਇਸ ਭਾਰੀ ਪਾਪ ਤੋਂ ਵਰਜਿਆ। ਪਰ ਉਸ ਦੇ ਸਿਰ ਤੇ ਖੂਨ ਚੜਿਆ ਹੋਇਆ ਸੀ। ਸਾਰੇ ਹੀ ਸਿੰਘ ਸ਼ਹੀਦ ਕਰ ਦਿੱਤੇ। ਮੁੜ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਸਿੱਖ ਪਰਿਵਾਰ ਲੱਭ ਕੇ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਸਾਹਿਬ ਤੇ ਹੋਰਨਾਂ ਥਾਵਾਂ ਤੇ ਠਹਿਰੇ ਸਿੰਘਾਂ ਨੇ ਸਮੇਂ ਦੀ ਲੋੜ ਅਨੁਸਾਰ ਲਾਂਭੇ ਹੋਣਾ ਹੀ ਠੀਕ ਸਮਝਿਆ। ਭਾਈ ਸਾਹਿਬ, ਹਾਲੇ ਤੱਕ ਭੈਣ ਸੁੰਦਰ ਕੌਰ ਜੀ ਨਹੀਂ ਮੁੜੇ। ਬੜੀ ਚਿੰਤਾ ਹੋਣ ਲੱਗ ਪਈ ਹੈ। ਅਜੇ ਤੱਕ ਨਹੀਂ ਮੁੜੀ? ਬਲਵੰਤ ਸਿੰਘ, ਤੁਸੀਂ ਕੁਝ ਸ਼ਸਤਰਧਾਰੀ ਸਿੰਘਾਂ ਨਾਲ ਧਰਮ ਕੌਰ ਨੂੰ ਲੈ ਕੇ ਪਿੰਡ ਵੱਲ ਨਿਕਲ ਜਾਓ। ਵਾਹਿਗੁਰੂ ਭਲੀ ਕਰਨਗੇ। ਮੈਂ ਵੀ ਇਹਨਾਂ ਦੇ ਨਾਲ ਹੀ ਜਾਂਦਾ ਹਾਂ ਤੇ ਭੈਣ ਸੁੰਦਰ ਕੌਰ ਨੂੰ ਲੱਭਣ ਤੋਂ ਬਾਅਦ ਮੈਂ ਅਗਾਂਹ ਨਿਕਲ ਜਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਰਪਾਨ ਤਾਂ ਭੈਣ ਸੁੰਦਰ ਕੌਰ ਦੀ ਹੈ। ਉਹ ਜ਼ਰੂਰ ਕਿਸੇ ਮੁਸੀਬਤ ਵਿੱਚ ਹੋਣੀ ਹੈ। ਪਿੰਡ ਵੱਲ ਚੱਲਦੇ ਹਾਂ। ਇੱਥੇ ਤੁਰਕਾਂ ਨੇ 2-3 ਦਿਨਾਂ ਤੋਂ ਡੇਰਾ ਲਾਇਆ ਹੋਇਆ ਸੀ ਤੇ ਉਹ ਅੱਜ ਹੀ ਇੱਥੋਂ ਕੂਚ ਕੀਤੇ ਨੇ। ਉਹਨਾਂ ਨਾਲ ਕੋਈ ਸਿੰਘਣੀ ਵੀ ਜਾਂਦੀ ਵੇਖੀ ਸੀ? ਇਹ ਤਾਂ ਸਾਨੂੰ ਪਤਾ ਨਹੀਂ, ਪਰ ਉਹਨਾਂ ਦੇ ਅੱਗੇ ਇੱਕ ਡੋਲਾ ਜ਼ਰੂਰ ਜਾ ਰਿਹਾ ਸੀ ਜਿਸ ਨੂੰ ਕਹਾਰਾਂ ਨੇ ਚੁੱਕਿਆ ਹੋਇਆ ਸੀ। ਕਿੱਧਰ ਨੂੰ ਗਏ ਹੋਣਗੇ? ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆਈ। ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ। ਓਏ ਤੁਹਾਨੂੰ ਅੱਲਾ ਪਾਕ ਦਾ ਵਾਸਤਾ ਜੇ, ਮੈਨੂੰ ਵੀ ਬੇੜੀ ਵਿੱਚ ਥੋੜੀ ਜਿਹੀ ਜਗ੍ਹਾ ਦੇ ਦਿਓ। ਬਿਲਕੁਲ ਨਹੀਂ, ਅੱਗੇ ਹੀ ਭਾਰ ਬਥੇਰਾ ਹੋ ਗਿਆ ਹੈ। ਓਏ ਤੂੰ ਸਾਡੀ ਬੇੜੀ ਡੋਬਣੀ ਹੈ? ਇਹ ਤਾਂ ਸਭ ਸਾਈਂ ਦੇ ਹੱਥ ਹੈ।
किस दी बेड़ी डुबनी है ते किस दी बेड़ी पार लगानी है। पर जे थां दे दियोगे तां फकीर तुहानू दुआवां ही देवेगा। ਹਜੂਰ ਫਕੀਰਾਂ ਦੀ ਬਦਦੁਆ ਨਾਲ ਅਕਸਰ ਬੇੜੇ ਡੁੱਬ ਜਾਂਦੇ ਨੇ, ਇਸ ਨੂੰ ਥੋੜੀ ਥਾਂ ਦੇ ਹੀ ਦਿਓ ਹਜੂਰ। ਲੰਘਿਓ ਫਕੀਰ ਸਾਈਂ। ओ मेरो सुंदर कहो मिले कित गली, ला हौल वला कुव्वत। कोई गुस्ताखी हो गई है फकीर साईं? इस टोले विच तेरी अपनी तीवी नहीं, गैर औरत है ਅਤੇ ਉਸ ਦੇ ਹੱਥ ਪੈਰ ਬੱਧੇ ਹੋਏ ਹਨ। ਇਹ ਸਭ ਸਾਨੂੰ ਸਾਡੇ ਇਲਮ ਤੋਂ ਪਤਾ ਲੱਗਾ ਹੈ। हे भली साईं, तू ਤਾਂ ਗੁੱਜਾ ਲਾਲ ਨਿਕਲਿਆ। ਮੈਨੂੰ ਦੱਸ ਹੁਣ ਮੈਂ ਕੀ ਕਰਾਂ? ਡੋਲੇ ਵਿੱਚ ਜੋ ਮਜਬੂਰ ਔਰਤ ਹੈ ਉਸ ਦੇ ਬੰਦ ਖੋਲ ਦਿਓ, ਉਸ ਨੂੰ ਡੋਲੇ ਵਿੱਚੋਂ ਕੱਢ ਕੇ ਡੋਲਾ ਨਦੀ ਵਿੱਚ ਸੁੱਟ ਦਿਓ, ਨਹੀਂ ਤਾਂ ਸਾਰੇ ਡੁੱਬ ਜਾਓਗੇ। ਵਾਹ, ਇਹ ਤਾਂ ਬੰਦਗੀ ਵਾਲਾ ਚਿਹਰਾ ਹੈ। ਸਾਈਂ ਜੀ, ਤੁਸੀਂ ਰੱਬ ਦੇ ਤਰਸ ਵਾਲੇ ਬੰਦੇ ਦਿਸਦੇ ਹੋ, ਮੇਰੇ ਨਾਲ ਨਿਆਂ ਕਰਵਾਓ। ਹਾਂ ਹਾਂ ਬੋਲ। ਇਹ ਤੁਰਕ ਕਾਇਲ ਪਿਆ ਸੀ, ਮੈਂ ਮਾਵਾਂ ਤੋਂ ਵੱਧ ਪਿਆਰ ਨਾਲ ਇਸ ਦੀ ਮਰਹਮ ਪੱਟੀ ਕੀਤੀ, ਮਰਦੇ ਦੇ ਮੂੰਹ ਵਿੱਚ ਪਾਣੀ ਪਾ ਕੇ ਇਸ ਨੂੰ ਬਚਾਇਆ, ਪਰ ਇਹ ਅਕ੍ਰਿਤਕਣ ਹੁਣ ਮੈਨੂੰ ਕੈਦ ਕਰਕੇ ਲੈ ਚੱਲਿਆ। ਨਹੀਂ ਸਾਈਂ ਜੀ, ਮੈਂ ਤਾਂ ਇਹਨੂੰ ਇਹਦੀ ਸੇਵਾ ਦਾ ਹੱਕ ਦੇਣ ਲੱਗਾ। ਪਰ ਬੇਗਮ ਸਾਹਿਬਾ, ਤੇਰੇ ਚਿਹਰੇ ਦਾ ਨੂਰ ਤੇ ਚਮਕ ਇਹ ਦੱਸਦੀ ਏ ਕਿ ਜੇ ਤੂੰ ਆਪਣੀ ਸੇਵਾ ਭਾਵ ਨਾਲ ਕਿਸੇ ਦਾ ਜ਼ਖਮ ਭਰ ਸਕਦੀ ਏ ਤਾਂ ਫਿਰ ਲੋੜ ਪੈਣ ਤੇ ਆਪਣੀ ਸ਼ਕਤੀ ਨਾਲ ਕਿਸੇ ਨੂੰ ਜ਼ਖਮ ਦੇ ਵੀ ਸਕਦੀ ਏ। ਤੇਰੇ ਵਰਗੇ ਨਾ ਸ਼ੁਕਰੇ ਦੀ ਇਹੋ ਸਜ਼ਾ। ਸੁੰਦਰੀ ਠਹਿਰ ਜਾ, ਮੈਂ ਤੇਰੀ ਭਾਲ ਵਿੱਚ ਹੀ ਆਇਆ ਹਾਂ। ਰੁਕ ਜਾ ਸੁੰਦਰੀ, ਮੈਂ ਬਿਜਲਾ ਸਿੰਘ ਹਾਂ, ਤੇਰਾ ਵੀਰ। कर
ਮੰਜੇ ਅਲੇਖੇ ਅਜੇ ਅਲੇ ਅਭੈ ਕਿੱਡੀ ਬਹਾਦਰ ਹੈ ਤੂੰ, ਕਿਵੇਂ ਘੋੜੇ ਤੇ ਉੱਡਦੀ ਫਿਰਦੀ ਹੈ, ਮਰਦਾਂ ਨੂੰ ਵੀ ਪਿੱਛੇ ਸੁੱਟਦੇ ਨਹੀਂ ਹੈ। ਬੇਸ਼ੱਕ ਤੂੰ ਬੇਗਮ ਬਣਾਉਣ ਦੇ ਹੀ ਲਾਇਕ ਹੈ। ਮੈਨੂੰ ਨਿਹੱਥੀ ਵੇਖ ਕੇ ਮੇਰੇ ਨੇੜੇ ਨਾ ਆਈ। ਤੁਸੀਂ ਘਾਬਰੋ ਨਾ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ। ਹੇ ਅਕਾਲ ਪੁਰਖ, ਮੇਰੀ ਅਰਦਾਸ ਸੁਣੋ ਤੇ ਮੇਰੇ ਧਰਮ ਦੀ ਰੱਖਿਆ ਕਰੋ। ਆਪ ਦੀ ਕਿਰਪਾ ਬਿਨਾ ਕੋਈ ਆਸਰਾ ਨਹੀਂ। ਕੋਈ ਗੱਲ ਨਹੀਂ, ਅੱਜ ਤੇ ਮੈਂ ਜਾ ਰਿਹਾ, ਪਰ ਤੁਹਾਨੂੰ ਮੈਂ ਛੱਡਾਂਗਾ ਨਹੀਂ। ਮੈਂ ਫਿਰ ਵਾਪਸ ਆਵਾਂਗਾ, ਤੁਹਾਨੂੰ ਛੱਡਾਂਗਾ ਨਹੀਂ ਮੈਂ। ਤੇਰਾ ਲੱਖ ਲੱਖ ਧੰਨਵਾਦ ਹੈ ਸੱਚੇ ਪਾਤਸ਼ਾਹ। ਤੂੰ ਅੱਜ ਫੇਰ ਆਪਣੀ ਧੀ ਦੀ ਪੱਤ ਰੱਖ ਲਈ। ਚੱਲ ਵੀਰਾ, ਆਪਾਂ ਛੇਤੀ ਨਾਲ ਹੁਣ ਆਪਣੇ ਠਿਕਾਣੇ ਪੀੜੀ ਜੋਹ ਤੇ ਪਹੁੰਚੀ। ਨਹੀਂ ਸੁੰਦਰ ਕੌਰ, ਹੁਣ ਆਪਾਂ ਉੱਥੇ ਨਹੀਂ ਜਾਣਾ। ਉੱਥੋਂ ਆਪਣਾ ਸਾਰਾ ਜਥਾ ਕੂਚ ਕਰਕੇ ਕਾਨੂੰਵਾਨ ਚਲਾ ਗਿਆ ਹੈ। ਕੀ ਗੱਲ, ਕੋਈ ਖਤਰਾ ਆਣ ਪਿਆ? ਹਾਂ, ਮੁਗਲਾਂ ਨਾਲ ਸਾਡੀ ਜੰਗ ਕਿਸੇ ਵੇਲੇ ਵੀ ਲੱਗ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਆਪ ਜੀ ਕਾਨੂੰਵਾਨ ਵੱਲ ਨਾ ਜਾਓ। ਹੁਕਮ ਹੋਇਆ ਹੈ ਕਿ ਦੁਆਬੇ ਤੋਂ ਅਗਾਂਹ ਮਾਲਵੇ ਨੂੰ ਚਾਲੇ ਪਾਏ ਜਾਣ। ਭਾਈ ਸਾਹਿਬ, ਕੀ ਹੋਇਆ ਹੈ? ਕੁਝ ਵਿਸਥਾਰ ਨਾਲ ਦੱਸੋ। ਬਿਜਲਾ ਸਿੰਘ ਨੇ ਅੱਗੋਂ ਦੱਸਿਆ ਕਿ ਮੁਗਲਾਂ ਦੇ ਜ਼ੁਲਮ ਬਹੁਤ ਵੱਧ ਗਏ ਸੀ। ਇਸ ਲਈ ਦਲ ਖਾਲਸਾ ਨਵਾਬ ਕਪੂਰ ਸਿੰਘ ਦੀ ਕਮਾਨ ਹੇਠ ਕਾਹਨੂਵਾਨ ਦੇ ਜੰਗਲਾਂ ਵਿੱਚ ਆ ਟਿਕਿਆ ਸੀ। ਪਰ ਲਖਪਤ ਰਾਏ ਵੱਡੀ ਤਿਆਰੀ ਨਾਲ ਆਇਆ ਸੀ। ਫੌਜ ਨੇ ਘੇਰਾ ਸਖਤ ਕਰਕੇ ਜੰਗਲ ਵੱਢਣੇ ਸ਼ੁਰੂ ਕਰ ਦਿੱਤੇ। ਸਿੰਘਾਂ ਤੇ ਭਾਰੀ ਪੀੜਾ ਬਣ ਆਈ ਤੇ ਜੰਗਲ ਪਾਰ ਕਰਕੇ ਪਹਾੜਾਂ ਵੱਲ ਨਿਕਲਣ ਨੂੰ ਮਜਬੂਰ ਹੋ ਗਏ। ਪਰ ਅੱਗੋਂ ਪਹਾੜੀਆਂ ਨੇ ਪੱਥਰ ਸੁੱਟ ਕੇ ਤੇ ਗੋਲੀਆਂ ਨਾਲ ਅਨੇਕਾਂ ਸਿੰਘ ਸ਼ਹੀਦ ਕਰ ਦਿੱਤੇ। ਖਾਲਸਾ ਫੌਜ ਹੁਣ ਚਾਰੇ ਪਾਸਿਆਂ ਤੋਂ ਘਿਰ ਗਈ ਸੀ। ਖੱਬੇ ਹੱਥ ਰਾਵੀ ਨਦੀ ਚੜੀ ਹੋਈ ਸੀ। ਸਾਹਮਣੇ ਪਹਾੜੀਆਂ ਨੇ ਰਾਸਤਾ ਰੋਕਿਆ ਹੋਇਆ ਸੀ। ਪਿੱਛੇ ਮੁਗਲ ਫੌਜਾਂ ਘੇਰਾ ਸਖਤ ਕਰਦੀਆਂ ਆ ਰਹੀਆਂ ਸਨ। ਖਾਣ ਨੂੰ ਅੰਨ ਨਹੀਂ, ਪਰ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਵੀ ਥੁੜ। ਉੱਤੋਂ ਕਈ ਦਿਨਾਂ ਦੇ ਭੁੱਖੇ ਘੋੜੇ ਵੀ ਦਮ ਤੋੜੀ ਜਾਂਦੇ ਸਨ। ਸਿੰਘਾਂ ਦੇ ਹਥਿਆਰ ਵੀ ਮੁਰੰਮਤ ਬਿਨਾਂ ਖੁੰਡੇ ਹੋ ਗਏ ਸਨ। ਪਰ ਗੁਰੂ ਦੇ ਵੀਰ ਸਪੁੱਤਰਾਂ ਨੇ ਹਿੰਮਤ ਨਹੀਂ ਹਾਰੀ ਤੇ ਚੜ੍ਹਦੀਆਂ ਕਲਾਂ ਵਿੱਚ ਰਹੇ। ਭਾਈ ਗੁਰਦਿਆਲ ਸਿੰਘ ਤੇ ਹਰਦਿਆਲ ਸਿੰਘ ਡੱਲੇਵਾਲ ਨੇ ਰਾਵੀ ਦੇ ਬਹਾਵ ਦੀ ਪਰਖ ਵਾਸਤੇ ਘੋੜੇ ਵਿੱਚ ਉਤਾਰੇ ਹੀ ਸਨ ਕਿ ਪਾਣੀ ਰੋੜ ਕੇ ਲੈ ਗਿਆ। ਸਿੰਘਾਂ ਵਾਸਤੇ ਰਾਵੀ ਪਾਰ ਕਰਨ ਦਾ ਰਾਹ ਵੀ ਬੰਦ ਹੋ ਗਿਆ। ਕੋਈ ਰਾਹ ਨਾ ਰਹਿ ਗਿਆ ਤਾਂ ਭਾਈ ਸੁੱਖਾ ਸਿੰਘ ਨੇ ਇੱਕ ਜੱਥੇ ਨਾਲ ਮੁਗਲਾਂ ਤੇ ਹੱਲਾ ਬੋਲ ਦਿੱਤਾ। ਬਾਕੀ ਦੇ ਸਿੰਘ ਸਿੱਧੇ ਹੱਲੇ ਕਰਕੇ ਮੁਗਲਾਂ ਨੂੰ ਚੀਰਦੇ ਹੋਏ ਦੁਆਬੇ ਵੱਲ ਨਿਕਲ ਆਏ। ਭਾਈ ਸੁੱਖਾ ਸਿੰਘ ਦੀ ਸੱਜੀ ਲੱਤ ਤੋਪ ਦੇ ਗੋਲੇ ਨਾਲ ਵੱਢੀ ਗਈ। ਬਹੁਤ ਭੀੜਾਂ ਦਾ ਸਮਾਂ ਸੀ। 20-22 ਦਿਨਾਂ ਵਿੱਚ ਹੀ 10-12 ਹਜ਼ਾਰ ਸਿੰਘ ਸ਼ਹੀਦ ਹੋ ਗਏ। ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ, ਇਸ ਘਲੂਘਾਰੇ ਵਿੱਚ ਆਪਣੇ ਖਾਲਸੇ ਦੀ ਆਪ ਸੰਭਾਲ ਕਰਨਾ ਜੀ। ਦਲ ਖਾਲਸਾ ਇੱਥੋਂ ਨੇੜੇ ਹੀ ਹੈ। ਆਓ ਚੱਲ ਕੇ ਜ਼ਖਮੀ ਸਿੰਘਾਂ ਦੀ ਸੰਭਾਲ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤ ਕਰਤਾਰ
ਸੁੰਦਰ ਕੌਰ, ਹੁਣ ਫੱਟੜਾਂ ਦੀ ਮਰਹਮ ਪੱਟੀ ਕਰਨ ਲੱਗਿਆਂ ਵੈਰੀ ਤੇ ਮਿੱਤਰ ਦੀ ਪਹਿਚਾਣ ਕਰ ਲਿਆ ਕਰ। ਫੇਰ ਤਾਂ ਸੇਵਾ ਪੂਰੀ ਨਾ ਹੋਈ ਵੀਰ ਜੀ। ਯਾਦ ਨਹੀਂ ਜਦੋਂ 10ਵੇਂ ਪਾਤਸ਼ਾਹ ਜੀ ਕੋਲ ਭਾਈ ਕਨਈਆ ਜੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਕਿ ਇਹ ਵੈਰੀ ਮਿੱਤਰ ਪਛਾਣੇ ਬਿਨਾਂ ਹੀ ਸਭ ਨੂੰ ਪਾਣੀ ਪਿਆਈ ਜਾਂਦੇ ਨੇ, ਪਰ ਗੁਰੂ ਜੀ ਨੇ ਸਗੋਂ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਨੂੰ ਇੱਕ ਮਲਹਮ ਦੀ ਡੱਬੀ ਵੀ ਫੜਾ ਦਿੱਤੀ ਸੀ ਕਿ ਭਾਈ ਕਨਈਆ ਜੀ, ਫੱਟੜ ਭਾਵੇਂ ਕੋਈ ਵੀ ਹੋਵੇ, ਉਸ ਨੂੰ ਪਾਣੀ ਪਿਆਉਣ ਦੇ ਨਾਲ-ਨਾਲ ਮਲਹਮ ਵੀ ਲਾ ਦਿਆ ਕਰੋ। ਪਰ ਫੇਰ ਵੀ ਪੈਣਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਵੈਰੀ ਤੇ ਸੱਪ ਇੱਕ ਤੁਲ ਹੁੰਦੇ ਨੇ। ਇਹਨਾਂ ਦੇ ਡੰਗੇ ਦਾ ਕੋਈ ਮੰਤਰ ਨਹੀਂ। ਮੇਰਾ ਖਿਆਲ ਹੈ ਸ਼ਾਮ ਸਿੰਘ ਜੀ ਕਿ ਆਪਾਂ ਰਾਤੋਂ ਰਾਤ ਇੱਥੋਂ ਕੂਚ ਕਰ ਚਲੀਏ, ਕਿਉਂਕਿ ਜੇ ਜ਼ਖਮ ਆਕੜ ਗਏ ਤਾਂ ਸਵੇਰੇ ਸਾਨੂੰ ਵੈਰੀ ਹੱਥੋਂ ਹੱਥ ਮੁਕਾ ਦਊ। ਬਹੁਤ ਠੀਕ। ਬੀਬੀਓ, ਭੈਣੋ ਤੇ ਸਿੰਘ ਸੂਰਮਿਓ, ਸਤਿਗੁਰ ਦੀ ਓਟ ਲੈ ਕੇ ਆਪਾਂ ਇੱਥੋਂ ਹੁਣੇ ਹੀ ਕੂਚ ਕਰਾਂਗੇ। ਦੁੱਖ ਭੋਗਦਾ ਭੋਗਦਾ ਖਾਲਸਾ ਖੁੱਲੇ ਦੇਸ਼ ਵਿੱਚ ਪਹੁੰਚਦਾ ਗਿਆ, ਪਰ ਅੱਗੇ ਦਰਿਆ ਦੀ ਰੇਤ ਤਪ ਰਹੀ ਸੀ। ਖਾਲਸਾ ਮਾਰੂਥਲ ਵਿੱਚ ਕਾਬੂ ਆ ਗਿਆ। ਪਿੰਡੇ ਨੂੰ ਝੁਲਸਣ ਵਾਲੀ ਲੂ ਵਗ ਰਹੀ ਸੀ। ਪੈਰਾਂ ਨੂੰ ਲੂਹਣ ਵਾਲੀ ਰੇਤ ਠਾਠਾ ਮਾਰਦੀ ਦਿਸੇ। ਬ੍ਰਿਛ ਬੂਟੇ ਦਾ ਮੁਸ਼ਕ ਤੱਕ ਨਾ ਲੱਭੇ। ਸਵਾਰ ਤਾਂ ਅੱਗੇ ਤੁਰੇ ਜਾਣ, ਪਰ ਪੈਦਲਾਂ ਦਾ ਬੁਰਾ ਹਾਲ। ਉਤੋਂ ਇਹਨਾਂ ਦੀਆਂ ਜੁੱਤੀਆਂ ਵੀ ਗਵਾਚ ਗਈਆਂ ਸਨ। ਧੰਨ ਸੀ ਬੀਬੀਆਂ ਦੀ ਸੇਵਾ। ਸੁੰਦਰੀ ਤੇ ਧਰਮ ਕੌਰ ਕੱਪੜੇ ਪਾੜ ਪਾੜ ਕੇ ਵੀਰਾਂ ਦੇ ਪੈਰਾਂ ਨੂੰ ਬੰਨ ਰਹੀਆਂ ਸਨ। ਇੱਕ ਸਿੰਘ 10 ਕਦਮ ਪੈਦਲ ਚੱਲੇ ਤੇ ਫਿਰ ਘੋੜੇ ਤੇ ਚੜੇ। ਇਸ ਤਰ੍ਹਾਂ ਦੁੱਖਾਂ ਨੂੰ ਆਪੋ ਵਿੱਚ ਵੰਡਦੇ ਵੰਡਾਉਂਦੇ ਸਿੰਘ ਦੁਆਬੇ ਵਿੱਚ ਆ ਪੜੇ। ਫੱਟੜਾਂ ਦੀ ਮਰਹਮ ਪੱਟੀ ਕਰਨ ਲੱਗਿਆਂ ਵੈਰੀ ਤੇ ਮਿੱਤਰ ਦੀ ਪਹਿਚਾਣ ਕਰ ਲਿਆ ਕਰ। ਵੈਰੀ ਤੇ ਸੱਪ ਇੱਕ ਤੁਲ ਹੁੰਦੇ ਨੇ। ਤੁਸੀਂ ਪਾਣੀ ਪੀ ਲਓ, ਫਿਰ ਮੈਂ ਤੁਹਾਡੀ ਮਰਹਮ ਪੱਟੀ ਕਰਦੀ ਹਾਂ। ਮੈਂ ਤੇਰਾ 1000 ਸ਼ੁਕਰਮੰਦ ਹਾਂ, ਪਰ ਤੂੰ ਹੈ ਕੌਣ? ਕਾਫਿਰ ਤਾਂ ਹੋ ਨਹੀਂ ਸਕਦੀ, ਕਿਉਂਕਿ ਕਾਫਿਰ ਕੋਲ ਇਹੋ ਜੀ ਨੇਕੀ ਕਿੱਥੇ? ਜੀ ਨਹੀਂ, ਮੈਂ ਸਿੰਘਣੀ ਆ। ਕਿਆ ਸਿੰਘਣੀ? ਸਾਡੀ ਦੁਸ਼ਮਣ ਸਾਥ। ਵਾਹਿਗੁਰੂ। ਇਹ ਤਾਂ ਮੇਰੀਆਂ ਉਮੀਦਾਂ ਦਾ ਨੌ-ਨਿਹਾਲ ਹੈ। ਸਿਪਾਹੀਓ, ਇਸ ਮੋਮ ਦੇ ਪੁੱਤ ਨੂੰ ਸਾਡੇ ਮਹਿਲਾਂ ਵਿੱਚ ਲੈ ਚੱਲੋ।
ਇਸ ਨੂੰ ਛੇਤੀ ਤੋਂ ਛੇਤੀ ਰਾਜ਼ੀ ਕਰੋ ਪੰਡਿਤ ਜੀ। ਹਜ਼ੂਰ, ਇਸ ਦੇ ਸਾਰੇ ਫੱਟ ਸਾਫ਼ ਕਰਕੇ ਰੇਸ਼ਮ ਦੀ ਤਾਰ ਨਾਲ ਸਿਉਂ ਦਿੱਤੇ ਹਨ ਤੇ ਤਾਕਤ ਦੀਆਂ ਦਵਾਈਆਂ ਵੀ ਦੇ ਰਹੇ ਹਾਂ। ਸੁਣੋ, ਸੁੰਦਰੀ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਇਹ ਮੇਰੇ ਮਹਿਲਾਂ ਵਿੱਚ ਹੈ, ਨਹੀਂ ਤੇ ਹੋਰ ਵੀ ਪਰੇਸ਼ਾਨ ਹੋ ਜਾਏਗੀ। ਮੈਂ ਕਿੱਥੇ ਆ? ਤੂੰ ਫਿਕਰ ਨਾ ਕਰ, ਇਹ ਸ਼ਹਿਰ ਸਿੱਖਾਂ ਦਾ ਜਿੱਤਿਆ ਹੋਇਆ ਹੈ ਤੇ ਤੂੰ ਰਾਜ ਮਹਿਲ ਵਿੱਚ ਹੈ। ਧਰਮ ਕੌਰ ਕਿੱਥੇ ਹੈ? ਮੇਰੇ ਵੀਰ ਕਿੱਥੇ ਨੇ? ਤੇਰੇ ਵੀਰ ਲਾਹੌਰ ਗਏ ਹੋਏ ਹਨ। ਬਿਜਲਾ ਸਿੰਘ ਜੀ, ਸੁੰਦਰ ਕੌਰ ਦੀ ਕੋਈ ਖਬਰ ਲੱਗੀ? ਜੀ ਪਤਾ ਲੱਗਾ ਹੈ ਕਿ ਭੈਣ ਸੁੰਦਰ ਕੌਰ ਬਿਮਾਰੀ ਦੀ ਦਸ਼ਾ ਵਿੱਚ ਕੋਈ 1 ਮਹੀਨੇ ਤੋਂ ਹਾਕਮ ਦੀ ਕੈਦ ਵਿੱਚ ਪਈ ਹੋਈ ਹੈ। ਉਸ ਤੇ ਕੋਈ ਖਾਸ ਪਹਿਰਾ ਵੀ ਹੈ? ਕੋਈ ਖਾਸ ਪਹਿਰਾ ਨਹੀਂ, ਬਲਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੀ ਦੇਖਭਾਲ ਲਈ ਸਿਰਫ ਗੋਲੀਆਂ ਹੀ ਰੱਖੀਆਂ ਜਾਂਦੀਆਂ ਨੇ, ਤੇ ਉਹ ਵੀ ਜਿਸ ਨੂੰ ਸੁੰਦਰ ਕੌਰ ਪਸੰਦ ਕਰੇ। ਫਿਰ ਤਾਂ ਮੈਂ ਭੈਣ ਸੁੰਦਰ ਕੌਰ ਤੱਕ ਪਹੁੰਚਣ ਦਾ ਕੋਈ ਹੀਲਾ ਕਰਦੀ ਹਾਂ। ਪੰਡਿਤ ਜੀ, ਤੁਹਾਡੀਆਂ ਦਵਾਈਆਂ ਨਾਲ ਸੁੰਦਰੀ ਵਿੱਚ ਕੋਈ ਤਾਕਤ ਆਈ ਕਿ ਨਹੀਂ? ਹਜ਼ੂਰ, ਦਵਾਈਆਂ ਨਾਲ ਤਾਂ ਤਾਕਤ ਆਉਂਦਿਆਂ ਵਕਤ ਲੱਗ ਹੀ ਜਾਂਦਾ ਹੈ, ਪਰ ਇੱਕ ਨਵੀਂ ਗੋਲੀ ਰਾਧਾ ਦੇ ਆਉਣ ਕਰਕੇ ਜਿਹੜੀ ਉਹਦੇ ਚਿਹਰੇ ਤੇ ਖੁਸ਼ੀ ਆਈ ਹੈ, ਉਹ ਕਮਾਲ ਦੀ ਗੱਲ ਹੈ। हे सामरथ गम पूरन मोह माया तार, मोह माया तार। हे गोविंद हे गोपाल हे मैं चंगी तरह जानता हाँ कि सुंदरी सिखनी है ते कदे भी अपना धर्म नहीं बदलेगी, पर तू मेरा एक काम कर, मैं तेनू मुंह मंगिया इनाम देंगा। जी हुक्म करो। तू इसते मन नू टो के दस कि जे मैं इसदी खातर सिख बन जावा तां कि ये मेरे नाल विआह कराने लई तैयार हो जाएगी। बेअदबी मुआफ हजूर, पहला इसनू चंगी तरह राजी तां हो लैण दियो। मेरी इन्नी कोशिश ते बाद भी पता नहीं बहुता फर्क क्यों नहीं पैंदा। जे मेरी मन्नो तां शहरों बाहर रहंदे बौरियां वाले हकीम नू सद कल्लो, उन्हां कोल बड़े चंगे टोटके हुंदे हन। सारा शहर ताप दे इलाज वास्ते उस कोल जांदा है।
ठीक है, तेरी ये गल भी मन लैने आ। ਨਵਾਬ ਸਾਹਿਬ, ਇਸ ਨੂੰ ਹਮੀ ਮੁਤਫਕਰਾ ਹੈ। ਉਹ ਕੀ ਹੁੰਦਾ ਹੈ? ਉਸ ਨੂੰ ਚਿੰਤਾ ਦਾ ਤਾਪ ਕਹਿੰਦੇ ਨੇ। ਰਾਜ਼ੀ ਤਾਂ ਮੈਂ ਇਸ ਨੂੰ ਕਰ ਲਊਂ, ਪਰ ਇਸ ਦੀ ਬਿਮਾਰੀ ਲਈ ਸ਼ਹਿਰ ਦੀ ਹਵਾ ਬਹੁਤ ਗੰਦੀ ਹੈ। ਜਿੱਥੇ ਕਹੋ ਲੈ ਚਲਦੇ ਹਾਂ, ਪਰ ਇਸ ਨੂੰ ਛੇਤੀ ਰਾਜ਼ੀ ਕਰੋ। ਇਸ ਨੂੰ ਖੁੱਲੇ ਮੈਦਾਨ ਵਿੱਚ ਕਿਸੇ ਪਾਣੀ ਦੇ ਕੰਢੇ ਲੈ ਚੱਲੋ, ਫਿਰ ਰਾਜ਼ੀ ਹੋ ਜਾਓ। ਭਾਵੇਂ ਬਿਆਸਾ ਦੇ ਕੰਢੇ ਹੀ ਲੈ ਚੱਲੋ। ਬਿਆਸਾ ਦਾ ਕਿਨਾਰਾ ਹੀ ਠੀਕ ਰਹੇਗਾ ਹਕੀਮ ਸਾਹਿਬ। ਮੈਂ ਹੁਣੇ ਹੀ ਆਪਣੇ ਬੰਦੇ ਤੁਹਾਡੇ ਨਾਲ ਭੇਜਦਾ ਹਾਂ, ताकि जाके बंदोबस्त करन। राधा, तू तब तक हकीम साहब दी जलपान दी सेवा कर। मैं सुंदरी नाल एक गल करके आया। सुंदरी, वेख, मैं तेरी तंदुरुस्ती वास्ते हर किस्म दा इलाज करवा रहा, क्योंकि मैं तेनू दिलों प्यार करदा। मैं भी इन्नी नाशुक्री नहीं हाँ। कदे वक्त आउण ते जरूर तुहाडा एहसान ला देंगी। जे तू मैनू हाले भी अपना दुश्मन समझदी है ना, तो सियाणे कहंदे ने दुश्मन नू अपना दोस्त बना लो, दुश्मन अपने आप मर जाएगा। तुसी मैथों चाहुंदे की हो? तू मेरे नाल विआह करवा लै। तू जो भी शर्तां रखेंगी मैनू मंजूर होणगियां। सियाणी गल करो, मैं तां तुहाडी धीआं वर्गी हां। उमरां विच की रखिया सुंदरी, बाकी तैनू मेरी ताकत दा भी पूरा अंदाजा है। कूच करन दा सारा बंदोबस्त हो गया है हुजूर। नवाब साहब, मैनू सोचण लई थोड़ी होर मोहलत दिओ। सानू ये भी मंजूर है, क्योंकि असीं तैनू प्यार ही ना करते हैं। चलो कूच करिए। भाजनो सिंह आ गए। या अल्लाह। जानी किथे चलिए बच गए। मैं अज तेरा क्लेश हमेशा हमेशा लई मुका देना है। ਫਿਕਰ ਨਾ ਕਰ ਸੁੰਦਰ ਕੌਰ, ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਫੱਟ ਛੇਤੀ ਭਰ ਜਾਣਗੇ। मैं वड्डी औगण हारी हाँ। मेरे कारण आप ਸਿੰਘਾਂ ਨੂੰ ਵੱਡੇ ਵੱਡੇ कष्ट झलने पए वीर जी। जद कलगियां वाले मेरे पिता गुरु गोबिंद सिंह जी पूछणगे कि अमृत छक के मैं किन्नी को पंथ दी सेवा कीती है, तां मैं की मुंह दिखावांगी। भैणा, तू स्त्री नहीं देवी है।
ਵਾਹਿਗੁਰੂ ਵਾਹਿਗੁਰੂ। ਧਰਮ ਕੌਰ, ਤੂੰ ਕਿਉਂ ਅੱਖਾਂ ਗਿੱਲੀਆਂ ਕਰ ਲਈਆਂ? ਮੈਂ ਤਾਂ ਗੁਰੂ ਦੀ ਆਂ ਤੇ ਗੁਰੂ ਸਦਾ ਮੇਰੇ ਅੰਗ ਸੰਗ ਸਹਾਈ ਨੇ। ਧੰਨ ਹੋ ਤੁਸੀਂ ਜਿਨ੍ਹਾਂ ਨੇ ਐਡੇ ਵੱਡੇ ਜ਼ਖਮ ਬਰਦਾਸ਼ਤ ਕੀਤੇ। ਯਾਦ ਰੱਖਣਾ ਕਿ ਜਿਵੇਂ ਕਬੂਤਰ ਤੀਰ ਖਾ ਕੇ ਜ਼ਖਮਾਂ ਨੂੰ ਖੰਭਾਂ ਹੇਠਾਂ ਛਿਪਾਈ ਰੱਖਦਾ, ਉਸੇ ਤਰ੍ਹਾਂ ਇਸਤਰੀ ਨੂੰ ਵੀ ਆਪਣੇ ਦਿਲ ਵਿੱਚ ਕਿਤਨੇ ਹੀ ਦਰਦ ਛੁਪਾਣੇ ਪੈਂਦੇ ਨੇ। ਤੁਸੀਂ ਜਦ ਤੱਕ ਸ਼ੁੱਧ ਸਿੰਘਣੀਆਂ ਹੋ ਤਦ ਤੱਕ ਪੰਥ ਤਕੜਾ ਹੈ। ਜਦ ਪਤੀ ਸਿੰਘ ਤੇ ਤੁਸੀਂ ਕੁਝ ਹੋਰ ਹੋਈਆਂ, ਤਦੋਂ ਹੀ ਤੁਹਾਡੀ ਗਤੀ ਮਾੜੀ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਤੇ ਨੇਮ ਧਾਰੇ, ਤਦੇ ਤੁਹਾਡਾ ਜੀਵਨ ਭ੍ਰਸ਼ਟ ਹੋ ਜਾਵੇਗਾ। ਤੁਹਾਡੀ ਸੰਤਾਨ ਵੀ ਗਿੱਦੜ ਹੋ ਜਾਏਗੀ ਤੇ ਸਤਕਾਰ ਉੱਡ ਜਾਵੇਗਾ। ਮਾਇਆ ਤੇ ਚਮਤਕਾਰਾਂ ਵਿੱਚ ਨਾ ਫਸਣਾ। ਇਹ ਤਾਂ ਥੋੜੇ ਦਿਨਾਂ ਦੇ ਨੇ। ਸਦਾ ਰਹਿਣ ਵਾਲੀ ਆਪਣੀ ਆਤਮਾ ਦੀ ਭਲਾਈ ਵੱਲ ਵਧੇਰੇ ਖਿਆਲ ਰੱਖਣਾ। ਵਾਹਿਗੁਰੂ ਵਾਹਿਗੁਰੂ। ਭੈਣ ਜੀ, ਕੋਈ ਇੱਛਾ ਹੋਵੇ ਤਾਂ ਦੱਸੋ। ਮੇਰੀ ਇੱਛਾ ਕੋਈ ਨਹੀਂ ਮੇਰੇ ਵੀਰੋ। ਗੁਰੂ ਤੁਹਾਡਾ ਰਾਖਾ ਹੈ। ਤੁਹਾਨੂੰ ਕਈ ਪੀੜਾਂ ਪੈਣਗੀਆਂ, ਸੰਗਰਾਮ ਆਉਣਗੇ, ਪਰ ਤੁਸੀਂ ਸਭ ਤੋਂ ਪਾਰ ਹੋ ਕੇ ਰਾਜ ਭੋਗੋਗੇ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤਰੀਆਂ ਨੂੰ ਸਾਥੀ ਜਾਣਿਓ। ਜਦ ਤੁਸੀਂ ਰਾਜੇ ਸਰਦਾਰ ਹੋਵੋਗੇ ਤਾਂ ਕਿਸੇ ਨੂੰ ਛੋਟਾ ਨਾ ਜਾਣਨਾ। ਗੁਰੂ ਨਾਨਕ ਦੇ ਘਰ ਵਿਖੇ ਧਨ ਪ੍ਰਦਾਨ ਨਹੀਂ, ਕਰਨੀ ਪ੍ਰਦਾਨ ਹੈ। ਕੋਈ ਹੋਰ ਸੰਕਲਪ ਮਨ ਵਿੱਚ ਫੁਰਦਾ ਹੋਵੇ ਤਾਂ ਉਹ ਵੀ ਦੱਸੋ। ਬਸ ਇਹੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤਾਂ ਮੈਂ ਇੱਕ ਰਸ ਸਾਰਾ ਪਾਠ ਸੁਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।